ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਵਿਦਾ ਹੋਏ ਲੱਧਾ ਗਇਓ ਪੁਰ ਲਾਹੌਰ ਕੀ ਓਰ ਸਦਨ ਪ੍ਰਵੇਸ਼ਿਓ ਜਾਏ ਕਰ ਮਿਲੇ ਸਿੱਖ ਕਰ ਜੋਰ ਵਿਦਾ ਹੋਏ ਲੱਧਾ ਗਇਓ
ਪੁਰ ਲਾਹੌਰ ਕੀ ਓਰ ਸਦਨ ਪ੍ਰਵੇਸ਼ਿਓ ਜਾਏ ਕਰ ਮਿਲੇ ਸਿੱਖ ਕਰ ਜੋਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਜਗ ਦਾਤੇ ਮਿਹਰਾਮਤਾਂ ਦਾ ਸਾਗਰ ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੀ ਮਹਾਨ ਕਿਰਪਾ ਸਦਕਾ ਆਪ ਸਰਬੱਤ ਸੰਗਤਾਂ ਨਿਤਾ ਪ੍ਰਤੀ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਕਰਕੇ ਸਤਿਗੁਰਾਂ ਦੇ ਦਰ ਕਰ ਦੀ ਸੋਭਾ ਵਡਿਆਈ ਸਰਵਣ ਕਰਦੇ ਹੋ। ਸਤਿਗੁਰਾਂ ਦੀ ਸੋਭਾ ਸਰਵਣ ਕਰਦਿਆਂ ਹੋਇਆਂ ਗਰੀਬ ਨਵਾਜ ਮਹਾਰਾਜ ਜੀਆਂ ਦੇ ਸ਼ਬਦ ਦਰਸ਼ਨ ਹੋ ਰਹੇ ਹੈ ਕਿ ਜਿਵੇਂ ਜਿਵੇਂ ਵੀ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ ਸ੍ਰੀ ਗੁਰੂ ਪ੍ਰਤਾਪ ਸੂਰਜ ਅੰਦਰ ਮਹਾਰਾਜ ਦੀ ਮਹਿਮਾ ਸਤਿਗੁਰਾਂ ਦਾ ਆਭਾ ਮੰਡਲ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਨਿਤ ਕਿਰਿਆ ਦੇ ਆਪਾਂ ਨੂੰ ਦਰਸ਼ਨ ਕਰਵਾ ਰਹੇ ਹੈ। ਤਿਵੇਂ ਤਿਵੇਂ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਆਪਣਾ ਪ੍ਰੇਮ ਵੱਧਦਾ ਹੈ, ਹਿਰਦੇ ਵਿੱਚ ਸ਼ਰਧਾ ਵੱਧਦੀ ਹੈ। ਤੋ ਯਥਾ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸ਼ਰਵਣ ਕੀਤਾ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਜੀਵਾਂ ਦੀ ਕਲਿਆਣ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਲਿਖਵਾ ਰਹੇ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਨੂੰ ਲਿਖਾਰੀ ਲਾਉਣਾ ਕੀਤਾ। ਦੂਰ ਦਰਾਡਿਆਂ ਤੋਂ ਦੇਸ਼ਾਂ ਦੇਸ਼ਾਂਤਰਾਂ ਵਿੱਚੋਂ ਸੰਗਤਾਂ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਨ ਪਹੁੰਚਦੀਆਂ। ਕੁਝ ਪ੍ਰਸੰਗ ਆਪਾਂ ਜਿਵੇਂ ਕੱਲ੍ਹ ਸ਼ਰਵਣ ਕੀਤਾ, ਜਿਵੇਂ ਮਹਾਰਾਜ ਨੇ ਭਾਈ ਸੱਤਾ ਭਾਈ ਬਲਵੰਡ ਜੀ ਨੂੰ ਬਖਸ਼ਿਆ, ਨਾਲੇ ਵੀ ਆਖਿਆ ਕਿ ਤੁਸੀਂ ਬਖਸ਼ਣ ਯੋਗ ਹੈ ਨਹੀਂ ਸੀ, ਪਰ ਤੁਹਾਨੂੰ ਅਸੀਂ ਭਾਈ ਲੱਦਾ ਜੀ ਪਰਉਪਕਾਰੀ ਇਹ ਸਿੱਖ ਦੇ ਕਹਿਣ 'ਤੇ ਬਖਸ਼ ਰਹੇ ਹਾਂ। ਅਗਾਂਹ ਹੰਕਾਰ ਵਿਕਾਰ ਤੋਂ ਰਹਿਤ ਰਹਿਣਾ, ਅਤੇ ਹੰਕਾਰ ਨਰਕਾਂ ਨੂੰ ਲੈ ਕੇ ਜਾਣ ਦਾ ਸਬੱਬ ਬਣਦਾ। ਉੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਚਰਨੀ ਬੇਨਤੀ ਕੀਤੀ ਭਾਈ ਲੱਦਾ ਜੀਆਂ ਕਿ ਮਹਾਰਾਜ ਹੁਣ ਹੰਕਾਰ ਇਹਨਾਂ ਨੇ ਖੋ ਦਿੱਤਾ ਹੈ ਅਤੇ ਆਪਦੀ ਹਜ਼ੂਰੀ ਅੰਦਰ ਪਹਿਲਾਂ ਵਾਂਗੂ ਫਿਰ ਸੇਵਾ ਦੀ ਮੰਗ ਕਰਦੇ ਹੈ ਕਿ ਅਸੀਂ ਕੀਰਤਨ ਕਰੀਏ। ਉਹਦੇ ਵਾਸਤੇ ਇਹ ਹੈ ਕਿ ਸੱਚੇ ਪਾਤਸ਼ਾਹ ਜੀ ਇਹਨਾਂ ਦਾ ਕੋਹੜ ਦਾ ਰੋਗ ਵੀ ਆਪ ਦੂਰ ਕਰੋ। ਗਰੀਬ ਨਵਾਜ ਮਹਾਰਾਜ ਜੀਆਂ ਨੇ ਫਿਰ ਬਚਨ ਕੀਤੇ ਸਨ ਕਿ ਭਾਈ ਲੱਦਾ ਜੀ ਕੋਹੜ ਹੋਣ ਦਾ ਕਾਰਨ ਸਤਿਗੁਰਾਂ ਦੀ ਨਿੰਦਾ ਬਣੀ ਹੈ, ਅਤੇ ਹੁਣ ਉਸਤਤ ਕਰਨ 'ਤੇ ਕੋਹੜ ਨਾਸ਼ ਹੋ ਜਾਵੇਗਾ। ਵੀ ਇਹ ਸੁਤੇ ਹੀ ਹੈ ਵੀ ਜੇ ਕੋਹੜ ਹੋਇਆ ਨਿੰਦਾ ਕਰਕੇ ਹੋਇਆ ਅਤੇ ਸੋਭਾ ਕਰਕੇ ਹਟ ਜਾਵੇਗਾ, ਕਿਉਂਕਿ ਨਿੰਦਾ ਦੀ ਸੋਭਾ ਵਿਪਰੀਤ ਹੈ। ਉਸੇ ਤਰ੍ਹਾਂ ਕੋਹੜ ਦਾ ਵਿਪਰੀਤ ਤੰਦਰੁਸਤ ਦੇਹੀ ਹੋਵੇਗੀ। ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੁੱਖ ਭੰਜਨੀ ਸਾਹਿਬ ਬੇਰ ਸਾਹਿਬ ਦਾ ਇਸ਼ਨਾਨ ਦੱਸਿਆ।
ਐਸੇ ਤਰ੍ਹਾਂ ਇਹਨਾਂ ਦੋ ਭਾਈਆਂ ਨੇ ਦੁੱਖ ਭੰਜਨ ਸਾਹਿਬ ਬੇਰ ਹੇਠ ਇਸ਼ਨਾਨ ਕਰਕੇ ਤਿਆਰ ਬਰ ਤਿਆਰ ਹੋ ਸੱਚੇ ਪਾਤਸ਼ਾਹ ਦੇ ਸਨਮੁਖ ਖੜ ਕੇ ਰਾਮ ਕਲੀ ਰਾਗ ਅੰਦਰ ਖਾਲਸਾ ਜੀਏ ਵਾਰ ਜਿਹੜੀ ਵੈ ਰਾਏ ਸੱਤਾ ਤਥਾ ਰਾਏ ਬਲਵੰਡ ਤਥਾ ਸਤੈ ਡੂਮ ਆਖੀ, ਇਹ ਵਾਰ ਉਚਾਰਨਾ ਕੀਤੀ ਸੀ, ਜਿਸ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਸੋਭਾ, ਫਿਰ ਸੱਚੇ ਪਾਤਸ਼ਾਹ ਮਹਾਰਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਤਿਗੁਰਾਂ ਦੀ ਸੋਭਾ ਗਾਇਨ ਕੀਤੀ। ਜਿਵੇਂ ਜਿਵੇਂ ਸੋਭਾ ਕਰਦੇ ਹੈ ਉਸੇ ਤਰ੍ਹਾਂ ਇਹਨਾਂ ਦਾ ਰੋਗ ਠੀਕ ਹੋ ਰਿਹਾ। ਇਹਨਾਂ ਦੀ ਉਚਾਰੀ ਹੋਈ ਵਾਰ ਨੂੰ ਸੱਚੇ ਪਾਤਸ਼ਾਹ ਜੀਆਂ ਰਾਮ ਕਲੀ ਰਾਗ ਅੰਦਰ ਇਹਨਾਂ ਦੇ ਨਾਂ ਸਰਲੇਖ ਹੇਠ ਦਰਜ ਕੀਤਾ ਹੈ, ਜੋ ਹੁਣ ਵੀ ਰਾਮ ਕਲੀ ਰਾਗ ਅੰਦਰ ਇਹ ਸੱਤੇ ਬਲਵੰਡੇ ਦੀ ਵਾਰ ਜਿਹੜੀ ਹੈ ਉਹ ਦਰਜ ਹੈ। ਸੰਗਤਾਂ ਪੜ੍ਹਦੀਆਂ ਸੁਣਦੀਆਂ ਆਨੰਦ ਮਾਣਦੀਆਂ। ਹਜ਼ੂਰ ਨੇ ਨਾਲ ਹੀ ਬਚਨ ਕੀਤਾ, ਵਾਰ ਨੂੰ ਵਰਦਾਨ ਵੀ ਦਿੱਤਾ ਵੀ ਜਿਹੜਾ ਕਿਸੇ ਚਮੜੀ ਦੇ ਰੋਗ ਤੋਂ ਦੁਖੀ ਹੋਵੇ ਉਹ ਇਹ ਵਾਰ ਪੜ੍ਹ ਕਰਕੇ ਆਪਣਾ ਰੋਗ ਨਿਵਰਤ ਕਰੇਗਾ। ਰੋਜ਼ਾਨਾ ਨਿਤਨੇਮ ਜਾਪ ਕੰਠ ਕਰਨ ਵਾਲੇ ਨੂੰ ਇਹ ਮੁਕਤੀਆਂ ਭੁਗਤੀਆਂ ਜੁਗਤੀਆਂ ਦੀ ਦਾਤੀ ਵਾਰ ਹੋਵੇਗੀ। ਸਾਰੀਆਂ ਦਾਤਾਂ ਪ੍ਰਾਪਤ ਹੋਣਗੀਆਂ। ਰੋਜ਼ ਪੜ੍ਹਨ ਦੇ ਨਾਲ ਸਤਿਗੁਰਾਂ ਦੇ ਪ੍ਰਥਾਏ ਗੁਰੂ ਘਰ ਦੇ ਨਾਲ ਸਿੱਖ ਦੀ ਸ਼ਰਧਾ ਵਧੇਗੀ। ਇਹੋ ਜਿਹੇ ਵਰਦਾਨ ਖਾਲਸਾ ਜੀ ਮਹਾਰਾਜ ਨੇ ਬਖਸ਼ਿਸ਼ ਕੀਤੇ ਸਨ। ਇਸ ਤੋਂ ਬਾਅਦ ਫਿਰ ਭਾਈ ਲੱਦਾ ਜੀ ਆਪਣੇ ਨਗਰ ਲਾਹੌਰ ਨੂੰ ਵਾਪਸ ਮੁੜੇ। ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਫਿਰ ਜਿਵੇਂ ਕਵੀ ਦੀਆਂ ਲਿਖਿਆ ਵੀ ਬਸੰਤ ਦੀ ਵਾਰ ਲਿਖ ਰਹੇ ਸੀ। ਲਾਗਰੀ ਸਿੱਖ ਨੇ ਬੇਨਤੀ ਕੀਤੀ, ਜਦੋਂ ਤੀਕਰ ਮਹਾਰਾਜ ਨੇ 3 ਕੁ ਪੌੜੀਆਂ ਅਜੇ ਵਾਰ ਉਚਾਰਨ ਕੀਤੀ, ਭਾਈ ਸਾਹਿਬ ਜੀਆਂ ਲਿਖੀ ਤੇ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਵੀ ਲੰਗਰ ਤਿਆਰ ਹੈ ਛਕੋ। ਉਹ ਲੰਗਰ ਦਾ ਅਦਬ ਸਤਿਕਾਰ ਜਣਾਉਣ ਵਿਖਾਉਣ ਵਾਸਤੇ ਕਵੀ ਨੇ ਇਹ ਪ੍ਰਸੰਗ ਲਿਖਿਆ ਹੈ। ਉਸ ਤਰ੍ਹਾਂ ਸਤਿਗੁਰਾਂ ਦੀ ਮੌਜ ਹੈ। ਇਹ ਤਾਂ ਪਰਮੇਸ਼ਰ ਅਕਾਲ ਪੁਰਖ ਸਰੂਪ ਹਨ ਗੁਰੂ ਅਰਜਨ ਦੇਵ ਪਾਤਸ਼ਾਹ। ਜਿਵੇਂ ਮਹਾਰਾਜ ਦੀ ਮੌਜ ਹੈ ਸੀ, ਇਹਨੂੰ ਹੀ ਵਾਰ ਮਹਾਰਾਜ ਨੇ ਉਚਾਰਨੀ ਹੈ ਸੀ। ਪਰ ਇਹ ਕਵੀ ਦੀਆਂ ਚੰਗਾ ਕੀਤਾ ਵੀ ਸੱਚੇ ਪਾਤਸ਼ਾਹ ਮਹਾਰਾਜ ਲੰਗਰ ਦਾ ਕਿੰਨਾ ਅਦਬ ਸਤਿਕਾਰ ਕਰਦੇ ਹੈ ਉਹ ਵਿਖਾਉਣਾ ਕੀਤਾ। ਤੋ ਇਸੇ ਤਰ੍ਹਾਂ ਅੱਗੇ ਫਿਰ ਜਿਵੇਂ ਭਾਈ ਲੱਦਾ ਜੀ ਲਾਹੌਰ ਗਏ, ਸੰਗਤਾਂ ਦੇ ਵਿੱਚ ਬੜੀ ਜਸ ਸੋਭਾ ਕਰਦੇ, ਮਹਾਰਾਜ ਦੀ ਵਡਿਆਈ ਕਰਦੇ, ਦੱਸਦੇ ਆ ਵੀ ਮਹਾਰਾਜ ਜੀ ਬੜੇ ਪਰਉਪਕਾਰੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਖਾਵਾ ਰਹੇ ਹੈ, ਤਾਂ ਕਿ ਸਾਥੋਂ ਬਾਅਦ ਵੀ ਸੰਗਤਾਂ ਬਾਣੀ ਪੜ੍ਹ ਸੁਣ ਕਰਕੇ ਸਦਾ ਹੀ ਜੀਵਾਂ ਦੀ ਕਲਿਆਣ ਹੁੰਦੀ ਰਹੇ। ਇਹ ਗੱਲ ਖਾਲਸਾ ਜੀ ਕਾਨਾ ਪੀਲੂ ਤੋਂ ਆਦਿ ਜਿਹੜੇ ਹੈ ਉਹਨਾਂ ਭਗਤਾਂ ਨੂੰ ਛੱਜੂ ਵਰਗਿਆਂ ਨੂੰ ਪਤਾ ਲੱਗੀ। ਇਕੱਠੇ ਹੋ ਕਰਕੇ ਚਾਰੇ ਲਾਹੌਰ ਦੇ ਰਹਿਣ ਵਾਲੇ ਆਪਦੇ ਆਪ ਨੂੰ ਭਗਤ ਅਖਵਾਉਂਦੇ ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਪਹੁੰਚੇ। ਆਪਣੀ ਬਾਣੀ ਲਿਖਾਉਣ ਨੂੰ ਆਖਿਆ। ਜਿਵੇਂ ਮਹਾਰਾਜ ਦਾ ਵਿਚਾਰ ਵਟਾਂਦਰਾ ਇਹਨਾਂ ਦੇ ਨਾਲ ਹੋਇਆ, ਗੋਸ਼ਟੀ ਹੋਈ, ਉਹ ਪ੍ਰਸੰਗ ਆਵੇਗਾ ਜੀ। ਚਿੱਤ ਬਿਰਤੀ ਇਕਾਗਰ ਕਰੋ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਤਿਗੁਰਾਂ ਨੂੰ ਹਿਰਦੇ ਵਸਾਈਏ ਜੀ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਿਦਾ ਹੋਏ ਲੱਦਾ ਗਇਓ। ਸਤਿਗੁਰਾਂ ਤੋਂ ਆਗਿਆ ਲੈ ਕੇ ਭਾਈ ਲੱਦਾ ਜੀ ਮਹਾਰਾਜ ਸਤਿਗੁਰਾਂ ਦੀਆਂ ਖੁਸ਼ੀਆਂ ਲੈ ਕੇ ਅੰਮ੍ਰਿਤਸਰ ਸਾਹਿਬ ਤੋਂ ਵਿਦਾ ਹੋ ਗਏ ਹੈ। ਪੁਰ ਲਾਹੌਰ ਕੀ ਓਰ, ਤੇ ਆਪਣੇ ਨਗਰ ਲਾਹੌਰ ਵਾਲੇ ਪਾਸੇ ਨੂੰ ਤੁਰ ਪਏ ਹੈ।
ਇਹ ਲੱਦਾ ਜੀ ਲਾਹੌਰ ਦੇ ਰਹਿਣ ਵਾਲੇ ਸਨ। ਸਦਨ ਪ੍ਰਵੇਸ਼ਿਓ ਜਾਏ ਕਰ। ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਭਾਈ ਲੱਦਾ ਜੀ ਲਾਹੌਰ ਜਦੋਂ ਆਪਣੇ ਘਰ ਵਿੱਚ ਪਹੁੰਚੇ ਹਨ, ਮਿਲੇ ਸਿੱਖ ਕਰ ਜੋਰ। ਲਾਹੌਰ ਦੀਆਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨ ਪਾਸੋਂ ਆਏ ਭਾਈ ਲੱਦਾ ਜੀ ਸਤਿਗੁਰਾਂ ਦੇ ਦਰਸ਼ਨ ਕਰਕੇ, ਤੇ ਭਾਈ ਲੱਦਾ ਜੀ ਦੇ ਦਰਸ਼ਨਾਂ ਵਾਸਤੇ, ਇਹਨਾਂ ਨੂੰ ਮਿਲਣ ਵਾਸਤੇ, ਗੁਰੂ ਘਰ ਦੀ ਸੁੱਖ ਸਾਂਦ ਪੁੱਛਣ ਵਾਸਤੇ ਬੜੀਆਂ ਸੰਗਤਾਂ ਸਿੱਖ ਭਾਈ ਸਾਹਿਬ ਨੂੰ ਹੱਥ ਜੋੜ ਜੋੜ ਕੇ ਮਿਲਦੇ ਆ। ਸਭਈਆ ਛੰਦ ਕਰਹਿ ਪਰਸਪਰ ਨਮੋ ਪਾਉ ਤਾਰ। ਬੜਾ ਪ੍ਰੇਮ ਧਾਰ ਕੇ ਸਿੱਖ ਸੰਗਤਾਂ ਔਰ ਭਾਈ ਲੱਦਾ ਜੀ ਇੱਕ ਦੂਜੇ ਦੇ ਨਾਲ ਬੜਾ ਪ੍ਰੇਮ ਕਰਦੇ ਆ, ਬੰਦਨਾ ਨਮਸਕਾਰ ਕਰਦੇ ਹਨ। ਬੂਝੈ ਹੈ ਕੁਸ਼ਲ ਬਾਹਰ ਗੁਰ ਗਾਥ। ਤੇ ਫਿਰ ਸੰਗਤਾਂ ਨੇ ਮਿਲਣ ਤੋਂ ਬਾਅਦ ਭਾਈ ਸਾਹਿਬ ਨੂੰ ਸਤਿਗੁਰਾਂ ਦੀ ਬਾਬਤ ਪੁੱਛਿਆ ਹੈ, ਸੁੱਖ ਸਾਂਦ ਪੁੱਛੀ ਹੈ, ਮਹਾਰਾਜ ਬਾਬਤ ਪੁੱਛਿਆ ਹੈ। ਕਿਮ ਪਰਚਤ ਸਿੱਖਿਆਨ ਦੇ ਦਰਸ਼ਨ। ਆਖਿਆ ਹੈ ਭਾਈ ਲੱਦਾ ਜੀ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਬਾਬਤ ਦੱਸੋ, ਕਿਵੇਂ ਮਹਾਰਾਜ ਕਿਸ ਕਾਰਜ ਵਿੱਚ ਲੱਗੇ ਹੋਏ, ਕਿੱਧਰ ਪਰਚੇ ਹੋਏ ਹੈ, ਕਿੰਨੇ ਸਿੱਖਾਂ ਨੂੰ ਦਰਸ਼ਨ ਹੋ ਰਹੇ ਹੈ, ਸਭ ਦੱਸਣਾ ਕਰੋ ਜੀ। ਕਿਸ ਥਲ ਬੈਠਤ ਹੈ ਜਗਨਾਥ। ਤੇ ਸੰਸਾਰ ਦੇ ਮਾਲਕ ਕਿਸ ਜਗ੍ਹਾ ਤੇ ਬਹਿੰਦੇ ਐ ਨਿਤਾ ਪ੍ਰਤੀ ਗੁਰਤਾ ਸਿੰਘਾਸਣ ਲਾ ਕਰਕੇ। ਤੁਮ ਚੱਲ ਗਏ ਪ੍ਰਸੰਗ ਭਇਓ ਕਿਮ। ਤੇ ਜਦੋਂ ਤੁਸੀਂ ਸੱਤਾ ਤੇ ਬਲਵੰਡ ਨੂੰ ਬਖਸ਼ਾਉਣ ਵਾਸਤੇ ਗਏ ਸੋ ਅੰਮ੍ਰਿਤਸਰ ਸਾਹਿਬ, ਉਦੋਂ ਕੀ ਵਾਰਤਾ ਵਰਤੀ, ਕਿਵੇਂ ਮਹਾਰਾਜ ਤੁਹਾਨੂੰ ਮਿਲੇ, ਕੀ ਪ੍ਰਸੰਗ, ਕਿਵੇਂ ਇਹਨਾਂ ਨੂੰ ਬਖਸ਼ਿਆ ਮਹਾਰਾਜ ਨੇ। ਕਹਿਓ ਕਹਾਂ ਤਬ ਸ਼੍ਰੀ ਮੁਖ ਸਾਥ। ਹਾਂ, ਕੀ ਕਿਹਾ ਸੀ ਤੁਸੀਂ ਜਾ ਕੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵੀ ਇਹਨਾਂ ਨੂੰ ਬਖਸ਼ੋ, ਤੇ ਸਤਿਗੁਰਾਂ ਅੱਗੋਂ ਕੀ ਆਖਣਾ ਕੀਤਾ, ਜੋ ਵੀ ਤੁਹਾਡੀ ਵਾਰਤਾਲਾਪ ਹੋਈ। ਕੌਣ ਬੇਸ ਤੇ ਮਿਲੇ ਪ੍ਰਥਮ ਗੁਰ। ਤੁਸੀਂ ਸਤਿਗੁਰਾਂ ਨੂੰ ਜਦੋਂ ਮਿਲੇ ਤੇ ਕੀ ਵੇਸ ਧਾਰਿਆ, ਭਾਵ ਕਿਸ ਭੇਖ ਦੇ ਨਾਲ ਤੁਸੀਂ ਸਤਿਗੁਰਾਂ ਨੂੰ ਮਿਲੇ ਸੀ, ਕਿਉਂਕਿ ਤੁਸੀਂ ਸਤਿਗੁਰੂ ਅਰਜਨ ਦੇਵ ਮਹਾਰਾਜ ਨਾਲ ਮਿਲਾਉਣ ਗਏ ਸੀ ਸੱਤਾ ਬਲਵੰਡ ਨੂੰ, ਤੇ ਮਹਾਰਾਜ ਦਾ ਤਾਂ ਬਚਨ ਹੋਇਆ ਸੀ ਮੂੰਹ ਕਾਲਾ ਕਰਾਂਗੇ, ਗਧੇ ਤੇ ਚੜਾਵਾਂਗੇ। ਤੁਹਾਡੇ ਨਾਲ ਕਿਵੇਂ ਵਰਤੀ ਉਹ ਸਾਰੀ ਦੱਸੋ ਜੀ। ਹਾਥੋ ਜੋਰ ਜਬ ਟੇਕਿਓ ਮਾਥ। ਜਦੋਂ ਤੁਸੀਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਨੂੰ ਮੱਥਾ ਟੇਕਿਆ ਹੱਥ ਜੋੜ ਕੇ, ਤੇ ਸੱਚੇ ਪਾਤਸ਼ਾਹ ਜੀ ਤੁਹਾਡੇ ਨਾਲ ਕਿਸ ਤਰ੍ਹਾਂ ਪੇਸ਼ ਆਏ ਗਰੀਬ ਨਵਾਜ, ਕਿਉਂਕਿ ਮਹਾਰਾਜ ਤਾਂ ਸੱਤੇ ਤੇ ਬਲਵੰਡ ਨਾਲ ਬੜੇ ਖਫਾ ਸਨ ਮਹਾਰਾਜ, ਤੇ ਇਹਨਾਂ ਨੂੰ ਤੁਸੀਂ ਨਾਲ ਲੈ ਕੇ ਗਏ, ਕਿਵੇਂ ਮਹਾਰਾਜ ਜੀ ਤੁਹਾਡੇ ਨਾਲ ਬੋਲੇ, ਕਿਵੇਂ ਵਰਤੇ ਸਨ। ਲੱਦੇ ਕਹਿਓ ਕਹਾਂ ਲਗ ਕਹਿਆ। ਸੰਗਤ ਲਾਹੌਰ ਵਾਲੀ ਤੋਂ ਸੁਣ ਕੇ ਭਾਈ ਲੱਦਾ ਜੀ ਕਹਿੰਦੇ, ਸੰਗਤ ਜੀ ਕੀ ਦਸੀਏ ਮਹਾਰਾਜ ਦੀ ਸੋਭਾ, ਕਿੱਥੋਂ ਤੱਕ ਤੁਹਾਨੂੰ ਬਿਆਨ ਕਰਕੇ ਦਸੀਏ ਜੀ। ਸ਼੍ਰੀ ਅਰਜਨ ਕੇ ਗੁਣ ਬੇਸਥਾਰ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੁਣ ਬਹੁਤੇ ਹੈ, ਉਹਨਾਂ ਦਾ ਕੀ ਵਿਸਥਾਰ, ਕੀ ਖੁਲਾਸਾ ਤੁਹਾਨੂੰ ਕਰਕੇ ਕਿਹੜਾ ਕਿਹੜਾ ਗੁਣ ਦੱਸਣਾ ਕਰੀਏ। ਏਕ ਜੀਹ ਕਿਆ ਬਪੁਰੀ ਸਮਰੱਥ। ਇੱਕ ਜੀਵ ਹੈ, ਇੱਕ ਜੀਵ ਵਿਚਾਰੀ ਦੀ ਕੀ ਸਮਰੱਥਾ ਹੈ ਵੀ ਸਤਿਗੁਰਾਂ ਦੇ ਗੁਣ ਗਾ ਕੇ ਦੱਸ ਸਕੇ। ਉਚਰੇ ਨਾ ਜਾਏ ਤਰਾਂ ਹਜ਼ਾਰ। ਹਾਂ, ਉਚਰੇ ਨਹੀਂ ਜਾਂਦੇ ਗੁਣ, ਮਹਾਰਾਜ ਦੇ ਹਜ਼ਾਰ ਹਜ਼ਾਰ ਗੁਣ ਹਨ ਤੇ ਉਚਾਰੇ ਨਹੀਂ ਜਾਂਦੇ ਐ। ਨਹੀਂ, ਜੀਵ ਇੱਕ ਹੈ ਤੇ ਕਿਸ ਤਰੀਕੇ ਨਾਲ ਦਸੀਏ, ਜੇ ਹਜ਼ਾਰ ਜੀਵ ਵੀ ਧਾਰ ਲਈਏ ਤਾਂ ਵੀ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ੋਭਾ ਨਹੀਂ ਦੱਸੀ ਜਾ ਸਕਦੀ ਹੈ। ਨੀਰਧ ਸੇ ਗੰਭੀਰ ਤੀਰ ਤਾਰ। ਹਾਂ, ਗੱਲ ਇਹ ਹੈ ਵੀ ਗੁਰੂ ਅਰਜਨ ਦੇਵ ਜੀ ਤਾਂ ਸਮੁੰਦਰ ਵਰਗੇ ਹੈ, ਗੁਣਾਂ ਦੇ ਬੜੇ ਡੂੰਘੇ ਐ, ਗੰਭੀਰ ਹਨ, ਧੀਰਜ ਧਾਰਨ ਵਾਲੇ ਐ, ਸਦਾ ਸੁਸ਼ੀਲ ਸ਼ਬੀਲੇ ਚਾਰ। ਸੱਚੇ ਪਾਤਸ਼ਾਹ ਜੀ ਸਦਾ ਸ੍ਰੇਸ਼ਟ ਸੁਭਾਅ ਵਾਲੇ, ਸ਼ੀਲ ਸੁਭਾਅ ਵਾਲੇ ਹਨ, ਤੇ ਇਸੇ ਹੀ ਸੱਚੇ ਪਾਤਸ਼ਾਹ ਮਹਾਰਾਜ ਸੁਭਾਅ ਦੇ ਵਿੱਚ ਸਦਾ ਵਰਤਦੇ ਹਨ। ਕਰਤ ਉਦਾਹਰਨ ਨਰਨ ਹਜ਼ਾਰਨ। ਹਰ ਨਿਤਾ ਪ੍ਰਤੀ ਹਜ਼ਾਰਾਂ ਲੱਖਾਂ ਸੰਗਤਾਂ ਹਰਿਮੰਦਰ ਸਾਹਿਬ ਆਉਂਦੀਆਂ,
ਸਭ ਦੀ ਕਲਿਆਣ ਉਧਾਰਾ ਮਹਾਰਾਜ ਜੀ ਕਰ ਰਹੇ ਐ। ਇਹੋ ਤੋ ਸਦਾ ਬਰਤ ਬਿਵਹਾਰ। ਹੇ ਲਾਹੌਰ ਵਾਲੀ ਸੰਗਤ ਸੁਣੋ, ਸਤਿਗੁਰਾਂ ਦਾ ਇੱਕ ਦਿਨ ਦਾ ਨਹੀਂ, ਇਹ ਤਾਂ ਵਿਹਾਰ ਹੀ ਮਹਾਰਾਜ ਨੇ ਬਣਾਇਆ ਹੋਇਆ। ਇਹ ਨਹੀਂ ਇੱਕ ਦੋ ਦਿਨ ਨਹੀਂ, ਲਗਾਤਾਰ ਨਿਤਾ ਪ੍ਰਤੀ ਦਰਸ਼ਨ ਉਪਦੇਸ਼ ਬਖਸ਼ ਬਖਸ਼ ਕੇ ਨਿਹਾਲ ਕਰਦੇ ਮਾਨੋ ਸਤਿਗੁਰਾਂ ਦੇ ਘਰ ਵਿੱਚ ਇਸ ਵਿਹਾਰ ਦਾ ਤਾਰਨ ਦਾ ਤਾਂ ਵਰਤ ਲੱਗਿਆ ਹੋਵੇ, ਛੇਤਰ ਲਾ ਰੱਖਿਆ ਹੋਵੇ। ਗੁਣ ਆਨ ਗਿਨ ਕਿਆ ਗਿਨਤੀ ਪਾਨਹਾ। ਅਨੇਕਾਂ ਗੁਣ ਹਨ ਸੱਚੇ ਪਾਤਸ਼ਾਹ ਦੇ, ਕੀ ਪੁੱਛਦੇ ਹੋ? ਇਹ ਤੁੱਛ ਬੁੱਧੀ ਇੱਕ ਜੀਵ ਨਾਲ ਕੀ ਮਹਾਰਾਜ ਦੀ ਵਡਿਆਈ ਗੁਣ ਨਹੀਂ ਦੱਸੇ ਜਾ ਸਕਦੇ ਐ। ਇੱਕ ਗੁਣ ਪੇਖ ਮੈਂ ਹੋਏ ਬਲਿਹਾਰ। ਗੁਣ ਤਾਂ ਮਹਾਰਾਜ ਵਿੱਚ ਬੜੇ ਐ, ਪਰ ਇੱਕ ਗੁਣ ਜਿਹੜਾ ਮੈਂ ਵੇਖਿਆ ਹੈ, ਉਹ ਗੁਣ ਵੇਖ ਵੇਖ ਕੇ ਮੈਂ ਬੜਾ ਬਲਿਹਾਰ ਸਦਕੇ ਜਾਂਦਾ ਹਾਂ। ਧਨ ਤੇ ਮਨ ਤੇ ਦਿਨ ਪ੍ਰਤ। ਉਹ ਇਹ ਹੈ ਮਹਾਰਾਜ ਦਾ ਬੜਾ ਵੱਡਾ ਗੁਣ, ਪਰ ਉਪਕਾਰ ਵੀ ਸੱਚੇ ਪਾਤਸ਼ਾਹ ਮਨ ਤਨ ਤੇ ਧਨ ਕਰਕੇ ਗੁਰੂ ਗਰੀਬ ਨਵਾਜ ਜੀ। ਕਰ ਨਾ ਕਲਿਤ ਕਰਤ ਉਪਕਾਰ। ਦਿਨ ਪ੍ਰਤ ਦਿਨ ਕਿਰਪਾ ਸਹਿਤ ਰਹਿੰਦੇ ਐ, ਤੇ ਸੰਗਤ ਤੇ ਜਾਂ ਮਨੁੱਖੇ ਜੀਵਾਂ ਤੇ ਜਾਂ ਪ੍ਰਾਣਾਂ ਧਾਰੀ ਸਭ ਜੀਵਾਂ ਤੇ ਸੱਚੇ ਪਾਤਸ਼ਾਹ ਜੀ ਕਿਰਪਾ ਸਹਿਤ ਹੁੰਦਿਆਂ ਹੋਇਆਂ ਬੜਾ ਉਪਕਾਰ ਕਰ ਰਹੇ ਐ। ਪ੍ਰਥਮ ਸੁਧਾ ਸਰ ਸਿਰਜਿਓ ਸੁੰਦਰ। ਸੰਗਤ ਜੀ ਮਹਾਰਾਜ ਦੇ ਬੜੇ ਪਰਉਪਕਾਰ ਹੈ ਜੋ ਮੈਨੂੰ ਬੜੇ ਚੰਗੇ ਲੱਗਦੇ ਐ। ਇੱਕ ਤਾਂ ਪਹਿਲਾ ਮਹਾਰਾਜ ਨੇ ਅੰਮ੍ਰਿਤ ਸਰੋਵਰ ਬੜਾ ਸੁੰਦਰ ਦਰਸ਼ਨ ਇਸ਼ਨਾਨ ਵਾਸਤੇ ਸਾਨੂੰ ਸਭ ਨੂੰ ਬਖਸ਼ਿਸ਼ ਕੀਤਾ ਹੈ। ਸ਼ੋਭਤ ਚਾਹਦੇਸ਼ ਤੇ ਇੱਕ ਸਾਰ। ਜਿਹੜਾ ਚਾਰ ਚਫੇਰਿਆਂ ਤੋਂ ਇੱਕੋ ਜਿਹਾ ਬੜਾ ਸੋਭਾ ਪਾਉਂਦਾ ਹੈ, ਜਿਸ ਦੇ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦਾ ਪਾਵਨ ਸਥਾਨ ਬਣਾਉਣਾ ਕੀਤਾ ਹੈ। ਕਲ ਮਲ ਟਾਰੈ ਹੈ ਮੱਜਨ ਤਾਰੈ ਹੈ। ਮਹਾਰਾਜ ਨੇ ਪਰਉਪਕਾਰ ਤਾਂ ਕੀਤਾ ਹੈ ਤਾਂ ਕਿ ਜੀਵ ਜਿਹੜੇ ਆ ਉਹਦੇ ਪਾਪ ਜਿਹੜੇ ਵਾ ਇੱਥੇ ਇਸ਼ਨਾਨ ਕਰਨ ਤੇ ਪਾਪ ਨਾਸ਼ ਕਰ ਲਿਆ ਕਰਨ। ਵਰਦਾਨ ਦਿੱਤੇ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ। ਨਾਮ ਉਚਾਰੈ ਹੈ ਸੰਜ ਸਕਾਰ। ਤੇ ਹਰਿਮੰਦਰ ਸਾਹਿਬ ਮਹਾਰਾਜ ਨੇ ਵੱਡਾ ਉਪਕਾਰ ਕੀਤਾ ਰਚ ਕੇ, ਤਾਂ ਕਿ ਇਸ ਵਿੱਚ ਬਹਿ ਕੇ ਸੰਗਤਾਂ ਇਸ਼ਨਾਨ ਪਾਣ ਕਰਨ ਉਪਰੰਤ ਵਾਹਿਗੁਰੂ 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 ਨਾਮ ਉਚਾਰ ਕੇ ਸੁਬਹ ਸ਼ਾਮ ਆਨੰਦ ਮਾਣਿਆ ਕਰਨ। ਅਬ ਸ਼੍ਰੀ ਨਾਨਕ ਆਦ ਜੇ ਬਾਨੀ। ਤੇ ਹੁਣ ਇੱਕ ਹੋਰ ਬੜਾ ਵੱਡਾ ਪਰਉਪਕਾਰ ਸੱਚੇ ਪਾਤਸ਼ਾਹ ਜੀ ਕਰ ਰਹੇ ਹੈ। ਲਾਹੌਰ ਦੀਆਂ ਸੰਗਤਾਂ ਪੁੱਛਦੀਆਂ ਵੀ ਹੁਣ ਕਿਹੜਾ ਮਹਾਰਾਜ ਪਰਉਪਕਾਰ ਸਾਡੇ ਜੀਵਾਂ ਤੇ ਕਰ ਰਹੇ ਹੈ। ਪਹਿਲਾਂ ਮਹਾਰਾਜ ਨੇ ਬੜੇ ਸੁੱਖ ਬਖਸ਼ੇ ਹੈ। ਤੋ ਭਾਈ ਲੱਦਾ ਜੀ ਕਹਿੰਦੇ ਸੰਗਤ ਜੀ ਹੁਣ ਬੜਾ ਵੱਡਾ ਪਰਉਪਕਾਰ ਇਹ ਕਰ ਰਹੇ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਆਦਿ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਮੁਖੋਂ ਉਚਾਰੀ ਹੋਈ ਜਿੰਨੀ ਵੀ ਗੁਰਬਾਣੀ ਹੈ ਸੀ, ਅਨੇਕ ਜਤਨ ਤੇ ਕਰ ਇੱਕ ਥਾਏ। ਉਹ ਬੜੇ ਯਤਨ ਦੇ ਨਾਲ ਬੜੇ ਉਦਮ ਦੇ ਨਾਲ ਮਹਾਰਾਜ ਦੀ ਸਾਰੀ ਗੁਰਬਾਣੀ ਨੂੰ ਇਕੱਠਿਆਂ ਕਰਕੇ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਖ ਰਹੇ ਹੈ। ਤਿਸ ਹੈ ਮਿਲਾਏ ਸ਼ਬਦ ਸਮੁਦਾਏ। ਸਾਰੇ ਸ਼ਬਦਾਂ ਨੂੰ ਮਿਲਾ ਕੇ ਸਭ ਪਾਤਸ਼ਾਹੀਆਂ ਦੀ ਗੁਰਬਾਣੀ ਨੂੰ ਰਲਾ ਮਿਲਾ ਕੇ ਰਚਤ ਰੁਚਿਰ ਨਿਤ ਪ੍ਰਤ ਸੁਖ ਦਾਏ। ਰੋਜ਼ ਮਹਾਰਾਜ ਇੱਕ ਗ੍ਰੰਥ ਲਿਖ ਰਹੇ ਹੈ, ਭਾਈ ਗੁਰਦਾਸ ਜੀ ਤੋਂ ਲਿਖਵਾ ਰਹੇ ਹੈ। ਸਾਰੇ ਜੀਵਾਂ ਨੂੰ ਸੁਖ ਦੇਣ ਵਾਸਤੇ ਮਹਾਰਾਜ ਜੀ ਦਾ ਬੜਾ ਵੱਡਾ ਪਰਉਪਕਾਰ ਹੈ। ਠਟਿਓ ਚਾਹਤ ਹੈ ਬੀੜ ਵੱਡੇਰੀ। ਤੋ ਸੱਚੇ ਪਾਤਸ਼ਾਹ ਮਹਾਰਾਜ ਦੀ ਵੱਡੀ ਬੀੜ ਜਿਹੜੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਉਹ ਬਣਾਉਣੀ ਚਾਹੁੰਦੇ ਆ ਵੀ ਸਾਰੀ ਬਾਣੀ ਇਕੱਠੀ ਕਰਕੇ ਇੱਕ ਥਾਂ ਵੱਡਾ ਸਰੂਪ ਮਹਾਰਾਜ ਜੀ ਲਿਖਣਾ ਤੇ ਰਚਨਾ ਚਾਹ ਰਹੇ ਹਨ। ਬਨ ਹੈ ਗ੍ਰੰਥ ਸਾਹਿਬ ਛਾਬ ਪਾਏ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਬਾਣੀ ਲਿਖ ਕੇ ਪੂਰਾ ਵੱਡਾ ਸਰੂਪ ਤਿਆਰ ਹੋ ਜਾਵੇਗਾ ਸੰਗਤ ਜੀ, ਉਦੋਂ ਬੜੀ ਸ਼ੋਭਾ ਪ੍ਰਾਪਤ ਹੋਵੇਗੀ। ਆਪ ਅਛਤ ਆਰ ਪਾਛੇ ਕਾਲ ਮੈਂ ਹੈ। ਕਿਉਂਕਿ ਮਹਾਰਾਜ ਆਪਦੇ ਹੁੰਦਿਆਂ ਹੋਇਆਂ ਤਾਂ ਜੀਵਾਂ ਦੀ ਕਲਿਆਣਕਾਰੀ ਰਹੇ ਹੈ, ਪਰ ਸਤਿਗੁਰੂ ਜੀ ਚਾਹੁੰਦੇ ਹੈ ਵੀ ਸਾਥੋਂ ਬਾਅਦ ਵੀ
ਕਲਯੁਗ ਦੇ ਸਮੇਂ ਅੰਦਰ। ਜੇ ਸੋ ਕੋ ਪਠ ਸੋ ਨ ਮੋਹਨ ਸਾਏ। ਇਸ ਜੀਵਾਂ ਨੂੰ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਜਿਹੜਾ ਵਾ ਉਸ ਦੇ ਲੜ ਲਾਵਾਂਗੇ ਤੇ ਗੁਰਬਾਣੀ ਪੜ੍ਹ ਕੇ ਨਾਮ ਪਰਮੇਸ਼ਰ ਦੇ ਨਾਲ ਜੁੜ ਕੇ ਸਾਰੇ ਸੰਸਾਰ ਦਾ ਮੋਹ ਨਾਸ਼ ਹੋਵੇ। ਜੀਵਾਂ ਦੀ ਹੁਣ ਨਹੀਂ, ਅਗਾਂਹ ਸਦੀਆਂ ਤੱਕ ਜਿਉਂ ਸੰਸਾਰ ਹੈ ਉਦੋਂ ਤੀਕਰ ਬਾਣੀ ਪੜ੍ਹ ਪੜ੍ਹ ਕੇ ਕਲਿਆਣ ਹੁੰਦੀ ਰਹੇ। ਗਾਡੀ ਮਗ ਸਿੱਖੀ ਬੇਸਤਾਰੀ। ਹਾਂ, ਇਹ ਸੰਗਤ ਜੀ ਦਸੀਏ ਕਿ ਮਹਾਰਾਜ ਬੜੇ ਦਿਆਲੂ ਹੈ। ਉਹਨਾਂ ਨੇ ਗਾਡੀ ਰਾਹ ਬਣਾ ਦਿੱਤਾ। ਭਾਵ ਇੱਕ ਤਾਂ ਪਗਡੰਡੀ ਹੁੰਦੀ ਹੈ, ਇਹ ਨਹੀਂ ਪਰਮੇਸ਼ਰ ਨੂੰ ਮਿਲਣ ਦਾ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤਾਂ ਗਾਡੀ ਰਾਹ ਹੈ। ਬੜਾ ਖੁੱਲਾ ਭਾਰੀ ਰਸਤਾ ਚੌੜਾ ਹੈ। ਸਿੱਖੀ ਬੜੀ ਫੈਲਾਈ ਸਤਿਗੁਰਾਂ ਨੇ। ਮਨੋ ਨਿਸ਼ਾਨ ਤੰਗ ਛਾਪ ਧਾਰ। ਇਸ ਤਰ੍ਹਾਂ ਮਾਨੋ ਵੀ ਸੱਚੇ ਪਾਤਸ਼ਾਹ ਮਹਾਰਾਜ ਉਹ ਨਿਸ਼ਾਨ ਸਾਹਿਬ ਹੀ ਬਣਾ ਰਹੇ ਆ। ਜਿਵੇਂ ਨਿਸ਼ਾਨ ਹੁੰਦਾ ਨਾ ਉੱਚਾ ਉੱਚਾ ਨਿਸ਼ਾਨ ਸਾਹਿਬ ਗਰੀਬ ਨਵਾਜ ਮਹਾਰਾਜ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਬਣਾ ਰਹੇ ਹਨ, ਜਿਹੜਾ ਸਭ ਦੀ ਕਲਿਆਣ ਦੂਰੋਂ ਦਿਸਦਾ। ਨਿਸ਼ਾਨ ਸਾਹਿਬ ਵਾਂਗੂ ਉੱਚੀ ਸੋਭਾ ਪਾਵੇਗਾ। ਪਠਤ ਸੁਨਤ ਮਾਨ ਦ੍ਰਵਤ ਸੁਚਿਤ ਹੋਏ। ਜੇ ਇਸ ਗੁਰਬਾਣੀ ਨੂੰ ਪੜ੍ਹ ਕੇ ਪ੍ਰਾਣਾਧਾਰੀ ਜੀਵ ਸੁਣ ਕੇ ਉਹਨਾਂ ਦਾ ਮਨ ਦ੍ਰਵਤ ਹੋ ਜਾਵੇਗਾ, ਮਨ ਪਸੀਜ ਜਾਵੇਗਾ, ਪਾਪ ਕਰਨ ਤੋਂ ਟਲ ਜਾਵਣਗੇ। ਸੁਭ ਕਲਿਆਣ ਬਤਾਏ ਸੁਖਾਰ। ਜਿਹੜਾ ਸੁਚਿਤ ਹੋ ਕਰਕੇ ਤਿਆਰ ਬਰ ਤਿਆਰ ਇਕਾਗਰ ਹੋ ਕਰਕੇ ਗੁਰਬਾਣੀ ਪੜ੍ਹੇਗਾ, ਗਰੀਬ ਨਵਾਜ ਦਾ ਇਹ ਸੱਚੇ ਪਾਤਸ਼ਾਹ ਦਾ ਖਿਆਲ ਹੈ ਤਾਂ ਕਿ ਜੀਵਾਂ ਨੂੰ ਸ਼ੁਭ ਕਲਿਆਣ ਪ੍ਰਾਪਤ ਹੋਵੇ। ਸ਼ੁਭ ਕਲਿਆਣ ਤੇ ਨਾਲ ਹੀ ਜਿਹੜਾ ਹੈ ਸ਼੍ਰੇ ਬਤਾਏ ਸੁਖਾਰ। ਤੋ ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਵਿਚਾਰ ਸੰਗਤ ਲਾਹੌਰ ਵਾਲੀ ਕਿ ਸਭ ਜੀਵਾਂ ਦੀ ਕਲਿਆਣ ਹੋਵੇ। ਤੋ ਇਸੇ ਤਰ੍ਹਾਂ ਉਹ ਖਾਰ ਪੁਣਾਵ ਦੇ ਵਿੱਚੋਂ ਬਤਾ ਦਿਨ ਛੱਡ ਦੇਵਣਗੇ। ਸਿੱਖ ਸਿਮਰ ਸਤ ਨਾਮ ਸੁਖਾਰੇ। ਤੇ ਸਿੱਖ ਵਾਹਿਗੁਰੂ ਨਾਮ ਸਿਮਰ ਸਿਮਰ ਕੇ ਸੌਖੇ ਹੋ ਜਾਵਣਗੇ ਸੰਸਾਰ ਤੇ। ਸਕਲ ਸੁਖਨ ਲਹਿ ਸ਼੍ਰੇਯ ਉਦਾਰ। ਬਾਣੀ ਪੜ੍ਹ ਕੇ ਸਾਰੇ ਸੁੱਖ ਵੀ ਲੈਣ ਤੇ ਅੰਤਲੇ ਸਮੇਂ ਇਹਨਾਂ ਸਿੱਖਾਂ ਨੂੰ ਮੁਕਤੀ ਦੀਆਂ ਪ੍ਰਾਪਤੀਆਂ ਵੀ ਹੋਣਗੀਆਂ। ਕਰਾਮਾਤ ਜਾਹਰ ਜਿਸ ਮਹਿ ਨਿਤ। ਤੋ ਇਸ ਤਰ੍ਹਾਂ ਇਹੋ ਜਿਹਾ ਪਾਵਨ ਪਵਿੱਤਰ ਸਰੂਪ ਸਤਿਗੁਰੂ ਜੀ ਉਚਾਰ ਰਹੇ ਹੈ। ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜਿਨ੍ਹਾਂ ਦੇ ਵਿੱਚ ਕਰਾਮਾਤ ਸ਼ਕਤੀ ਜਾਹਰ ਪ੍ਰਤੱਖ ਦਿਸਦੀ ਰੋਜ਼ ਹੀ। ਕਰਤ ਗੁਰੂ ਆਬ ਇਹ ਉਪਕਾਰ। ਤੇ ਗਰੀਬ ਨਵਾਜ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਖਣ ਦਾ ਸਾਡੇ ਜੀਵਾਂ ਤੇ ਬੜਾ ਵੱਡਾ ਭਾਰੀ ਪਰ ਉਪਕਾਰ ਕਰ ਰਹੇ ਹੈ। ਭਗਤ ਬ੍ਰਿੰਦ ਆਵਤ ਨਿਤ ਪ੍ਰਤ ਟੇਗ। ਸੰਗਤ ਜੀ ਮੈਂ ਹੋਰ ਬਹੁਤ ਕੁਝ ਵੇਖ ਕੇ ਆਇਆ। ਜਿਹੜੀ ਭਗਤ ਹੈ ਨਾ, ਭਗਤ ਕਬੀਰ ਜੀ, ਫਰੀਦ ਜੀ ਵਰਗੇ, ਉਹ ਰੋਜ਼ ਸੁਣਿਆ ਵੀ ਮਹਾਰਾਜ ਸਤਿਗੁਰਾਂ ਦੇ ਤੰਬੂ ਵਿੱਚ ਆਪ ਆਉਂਦੇ ਆ ਦਰਸ਼ਨਾਂ ਵਾਸਤੇ। ਸੋ ਬਾਣੀ ਨੇ ਜਨਈ ਬਣਾਏ। ਤੇ ਨਵੀਂ ਬਾਣੀ ਬਣਾ ਬਣਾ ਕੇ ਉਚਾਰ ਕੇ ਭਗਤ ਸਤਿਗੁਰਾਂ ਨੂੰ ਸੁਣਾਉਂਦੇ ਆ। ਪ੍ਰਥਮ ਸ਼ਬਦ ਵਿੱਚ ਰਾਗ ਗੁਰਨ ਕੇ। ਤੇ ਜਦੋਂ ਮਹਾਰਾਜ ਜੀ ਕੋਈ ਰਾਗ ਆਰੰਭ ਕਰਦੇ ਹੈ, ਰਾਗ ਦੇ ਵਿੱਚ ਪਹਿਲਾਂ ਸਤਿਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਫਿਰ ਆਪਣੇ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ ਤਖਤ ਦੇ ਮਾਲਕਾਂ ਦੇ ਜਿੰਨੇ ਸ਼ਬਦ ਲਿਖਵਾਉਂਦੇ ਹਨ। ਪਿੱਛੇ ਭਗਤ ਆਪਣ ਲਿਖਵਾਏ। ਤੇ ਫਿਰ ਭਗਤ ਜਿਹੜੇ ਆ ਮਗਰੋਂ ਰਾਗ ਦੇ ਅੰਦਰ ਆਪਣੀ ਬਾਣੀ ਸਤਿਗੁਰਾਂ ਦੇ ਸਨਮੁਖ ਬਹਿ ਕੇ ਲਿਖਵਾਉਂਦੇ ਹਨ। ਲਿਖਿਓ ਗਇਓ ਬਾਹੋ ਤਨਕ ਰਹਿਓ। ਸੰਗਤ ਪੁੱਛਦੀ ਹੈ, ਅੱਛਾ ਭਾਈ ਲੱਦਾ ਜੀ ਕਿੰਨਾ ਕੁ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਖਿਆ ਗਿਆ, ਕਦੋਂ ਸਾਨੂੰ ਦਰਸ਼ਨ ਹੋਣਗੇ ਉਸ ਸਰੂਪ ਦੇ? ਭਾਈ ਲੱਦਾ ਜੀ ਦੱਸਦੇ, ਸੰਗਤ ਜੀ ਹੁਣ ਤਾਂ ਬੜਾ ਹਿੱਸਾ ਗੁਰਬਾਣੀ ਦਾ ਲਿਖਿਆ ਗਿਆ। ਕਹਿੰਦੇ ਬਸ ਕੁਝ ਦਿਨਾਂ ਦਾ ਕਾਰਜ ਰਹਿ ਗਿਆ, ਥੋੜੀ ਗੁਰਬਾਣੀ ਰਹਿ ਗਈ ਹੈ। ਅਬ ਇਸੀ ਖਿਆਲ ਮੈਂ ਹੈ ਗੁਰ ਬਿਰਮਾਏ। ਤੇ ਜਿਹੜੀ ਰਹਿੰਦੀ ਬਾਣੀ ਉਹ ਲਿਖ ਰਹੇ ਸੱਚੇ ਪਾਤਸ਼ਾਹ ਜੀ ਇਸੇ ਹੀ ਖਿਆਲ ਵਿੱਚ ਮਹਾਰਾਜ ਜੀ ਲੱਗੇ ਹੋਏ ਹਨ, ਵਿਸਤਰਤ ਹਨ। ਪੁਰ ਮੈਂ ਲੱਧੇ ਸਕਲ ਸੁਨਾਈ। ਇਸ ਤਰ੍ਹਾਂ ਸਾਧ ਸੰਗਤ ਜੀ ਸਾਰੇ ਲਾਹੌਰ ਸ਼ਹਿਰ ਵਿੱਚ ਭਾਈ ਲੱਦਾ ਜੀ ਨੇ ਦੱਸ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ
ਸਤਿਗੁਰਾਂ ਪਾਸੋਂ ਜਾਂ ਵੱਲੋਂ ਲਿਖਿਆ ਜਾ ਰਿਹਾ ਹੈ। ਸੁਨ ਸੁਨ ਜਹ ਕਹਿ ਭੀ ਬੇਦਤਾਏ। ਸਾਰੇ ਲਾਹੌਰ ਸ਼ਹਿਰ ਤੇ ਲਾਗੇ ਤਾਗੇ ਸਭ ਪਾਸੇ ਗੱਲ ਪ੍ਰਗਟ ਪ੍ਰਤੱਖ ਫੈਲ ਗਈ ਹੈ। ਲਵਪੁਰ ਤੀ ਸੀਸ ਮੇਂ ਸਮੇ ਮੈਂ ਹੋਤੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਜਦੋਂ ਸਾਰੇ ਪਾਸੇ ਪਤਾ ਲੱਗਿਆ ਵੀ ਗੁਰਬਾਣੀ ਲਿਖੀ ਜਾ ਰਹੀ ਅੰਮ੍ਰਿਤਸਰ ਸਾਹਿਬ, ਲਾਹੌਰ ਦੇ ਵਿੱਚ ਉਹਨਾਂ ਸਮਿਆਂ ਵਿੱਚ ਜਿਹੜੇ ਭਗਤ ਹੈ ਸਨ ਕੋਈ, ਚਤੁਰ ਭਗਤ ਸ਼ੋਭ ਪੰਥ ਮਝਾਰ। ਉਹ ਚੰਗੇ ਰਸਤੇ ਪਰਮੇਸ਼ਰ ਦੇ ਤੇ ਚੱਲਣ ਵਾਲੇ 4 ਭਗਤ ਕਵੀ ਜੀ ਕਹਿੰਦੇ ਐ ਲਾਹੌਰ ਵਿੱਚ ਰਹਿ ਰਹੇ ਹਨ। ਇੱਕ ਕਾਨਾ ਛੱਜੂ ਕਹਿ ਦੂਜੋ। ਇੱਕ ਦਾ ਨਾਮ ਕੰਨ ਹੈ, ਦੂਸਰਾ ਇੱਕ ਭਾਈ ਛੱਜੂ ਭਗਤ ਹੈ, ਸ਼ਾਹੇ ਹੁਸੈਨ ਸੋ ਪੀਲੋ ਚਾਰ। ਤੇ ਤੀਜਾ ਸ਼ਾਹ ਹੁਸੈਨ ਨਾਮ ਦਾ ਭਗਤ ਹੈ, ਚੌਥੇ ਦਾ ਨਾਮ ਪੀਲੂ ਹੈ। ਬਿਥਰੇ ਓ ਗੁਰ ਬਿਰਤਾਂਤ ਨਗਰ ਮਹਿ। ਇਧਰ ਭਾਈ ਲੱਧਾ ਜੀ ਦੇ ਲਾਹੌਰ ਵਾਪਸ ਆਉਣ ਕਰਕੇ ਸਤਿਗੁਰਾਂ ਦੀ ਸੋਭਾ ਸਾਰੇ ਨਗਰ ਲਾਹੌਰ ਵਿੱਚ ਫੈਲ ਚੁੱਕੀ ਹੈ। ਇਨਹਿ ਸੁਣਿਓ ਤਬ ਸਰਬ ਪ੍ਰਕਾਰ। ਤੇ ਕਿਸੇ ਨੇ ਇਹ ਕਾਨੇ, ਪੀਲੂ, ਸ਼ਾਹ ਹੁਸੈਨ ਤੇ ਛੱਜੂ ਭਗਤ ਇਹਨਾਂ ਨੂੰ ਆ ਕੇ ਜਦੋਂ ਇਸ ਗੱਲ ਦੱਸੀ ਹੈ ਵੀ ਮਹਾਰਾਜ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਖ ਰਹੇ ਹਨ, ਭਗਤਨ ਬਾਣੀ ਲਿਖੀ ਗ੍ਰੰਥ ਮਹਿ। ਤੇ ਨਾਲ ਇਹ ਵੀ ਨਹੀਂ ਮਹਾਰਾਜ ਆਪਦੀ ਵੀ ਗੁਰਬਾਣੀ ਲਿਖ ਰਹੇ ਹੈ, ਉਹਦੇ ਨਾਲ ਨਾਲ ਭਗਤਾਂ ਦੀ ਬਾਣੀ ਵੀ ਜਿਹੜੇ ਕੋ ਪਹਿਲਾਂ ਭਗਤ ਹੋਏ ਹੈ ਉਹਨਾਂ ਦੀ ਗੁਰਬਾਣੀ, ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੱਚੇ ਪਾਤਸ਼ਾਹ ਜੀ ਲਿਖ ਰਹੇ ਹੈ। ਭਾਵ ਵੀ ਸਾਰਿਆਂ ਧਰਮਾਂ ਦੇ ਭਗਤਾਂ ਨੂੰ, ਸੰਤਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਥਾਂ ਦਿੱਤਾ ਜਾ ਰਿਹਾ ਹੈ। ਇਮ ਸੁਨ ਇਨ ਕੈ ਛੋਭ ਉਦਾਰ। ਤੇ ਸੁਣ ਕੇ ਇਹਨਾਂ ਨੂੰ ਬੜਾ ਦੁੱਖ ਹੋਇਆ। ਦੁੱਖ ਤਾਂ ਹੋਇਆ ਵੀ ਉਹ ਭਗਤ ਜਿਹੜੇ ਉਹ ਤਾਂ ਹੁਣ ਹੈ ਨਹੀਂ ਸਰੀਰ ਕਰਕੇ, ਨਾ ਕਬੀਰ ਜੀ ਨਾ ਫਰੀਦ ਜੀ, ਮਰ ਚੁੱਕਿਆਂ ਦੀ ਗੁਰਬਾਣੀ ਮਹਾਰਾਜ ਲਿਖ ਰਹੇ ਆ ਤੇ ਅੰਮ੍ਰਿਤਸਰ ਸਾਥੋਂ ਲੱਗ ਗਿਆ, ਸਾਨੂੰ ਮਹਾਰਾਜ ਨੇ ਜਿਉਂਦਿਆਂ ਨੂੰ ਨਹੀਂ ਪੁੱਛਿਆ। ਇਹ ਮਨ ਵਿੱਚ ਇਹਨਾਂ ਦੇ ਬੜਾ ਹੰਕਾਰ ਹੋਣ ਕਰਕੇ ਦੁੱਖ ਲੱਗਾ ਹੈ। ਸ਼੍ਰੀ ਨਾਨਕ ਗਾਦੀ ਪਰ ਬੈਠੇ ਸ਼੍ਰੀ ਅਰਜਨ। ਤੇ ਵਿਚਾਰ ਕਰਦੇ ਐ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਨਾਨਕ ਦੇਵ ਹਜ਼ੂਰ ਦੀ ਗੁਰਤਾ ਗੱਦੀ ਵਿੱਚ 5ਵੇਂ ਥਾਂ ਬੈਠੇ ਨੇ। ਸ਼੍ਰੀ ਅਰਜਨ ਪ੍ਰਤਾਪ ਮਹਾਨ। ਤੇ ਗੁਰੂ ਅਰਜਨ ਦੇਵ ਜੀ ਦਾ ਪ੍ਰਤਾਪ ਸਭ ਸੰਸਾਰ ਜਾਣਦਾ, ਬੜਾ ਭਾਰੀ ਹੈ। ਸੁਮਤਵੰਤ ਸਰਬੱਗਯ ਸੁਤੀਰਜ। ਕਿਉਂਕਿ ਗੁਰੂ ਅਰਜਨ ਦੇਵ ਜੀ ਬੜੀ ਵੱਡੀ ਮੱਤ ਵਾਲੇ ਹੈ, ਸਾਰੇ ਪਾਸੇ ਦੇ ਸਰਬ ਗਿਆਤਾ ਹਨ, ਧੀਰਜ ਸਹਿਤ ਹਨ। ਸਤਿਗੁਣ ਕਹਿ ਲੱਗ ਕਰੈ ਬਖਾਨ। ਤੇ ਉਹਨਾਂ ਦੇ ਵਿੱਚ ਕਿੰਨੇ ਸਤਿਗੁਣ ਸ਼੍ਰੇਸ਼ਟ ਗੁਣ ਹੈ, ਕਿੱਥੋਂ ਤੀਕਰ ਆਖੀਏ ਇਹ ਦੱਸੇ ਨਹੀਂ ਜਾ ਸਕਦੇ ਹੈ। ਅਪਰ ਭਗਤ ਜੇ ਸਰਬ ਹਕਾਰੇ। ਤੇ ਇਹ ਆਪਸ ਵਿੱਚ ਚਾਰੇ ਵਿਚਾਰ ਕਰਦੇ ਆ ਵੀ ਜੇ ਮਹਾਰਾਜ ਨੇ ਹੋਰ ਸਾਰੇ ਭਗਤ ਆਪਦੇ ਕੋਲ ਸੱਦੇ ਹਨ, ਬੁਲਾਏ ਹਨ, ਹਮ ਹੈ ਹਕਾਰਣ ਕਿਉ ਨਹਿ ਠਾਨ। ਉਹ ਕਾਂਸੀ ਬਨਾਰਸ ਮਗਹਰ ਦੇ ਦੇਸ਼ਾਂ ਤੋਂ ਭਗਤ ਕਬੀਰ ਵਰਗੇ ਅੰਮ੍ਰਿਤਸਰ ਆਏ ਹੋਏ ਹੈ ਤੇ ਸਤਿਗੁਰਾਂ ਵਾਸਤੇ ਮਾੜੀ ਗੱਲ ਹੈ, ਇਹਨਾਂ ਨੇ ਸਾਨੂੰ ਨਹੀਂ ਕੋਲੋਂ ਸੱਦਿਆ ਹੈ। ਇਹੋ ਕਿਆ ਕੀਨ ਵਿਚਾਰਤ ਚਿਤ ਮੈਂ। ਇਹਨਾਂ ਨੇ ਕੀ ਕੀਤਾ, ਚੰਗਾ ਨਹੀਂ ਕੀਤਾ ਹੈ। ਇਸ ਤਰ੍ਹਾਂ ਵਿਚਾਰਦੇ ਸਾਰੇ ਚਾਰੇ ਜਣੇ। ਭਏ ਸੰਦੇਹ ਕੁਛ ਕਰੇ ਸਵਾਨ। ਬੜਾ ਸੰਸਾ ਮਨ ਵਿੱਚ ਤੌਖਲਾ ਲੱਗਾ, ਨਾਲ ਗੁੱਸਾ ਵੀ ਸਤਿਗੁਰਾਂ ਦੇ ਉੱਤੇ ਇਹਨਾਂ ਨੂੰ ਚੜ ਰਿਹਾ ਹੈ। ਇੱਕ ਦਿਨ ਚਾਰੋਂ ਮਿਲੇ ਪਰਸ ਪਰ। ਇਹ ਲਾਹੌਰ ਦੇ ਰਹਿਣ ਵਾਲੇ ਚਾਰੇ ਭਗਤ ਛੱਜੂ, ਸ਼ਾਹ ਹੁਸੈਨ, ਪੀਲੂ ਤੇ ਕਾਨਾ ਇੱਕ ਦਿਨ ਇਕੱਠੇ ਹੋਏ ਹਨ, ਮਿਲੇ ਹਨ। ਇਸ ਬੇਰ ਤਾਂਤ ਹਿਤ ਕਰਤ ਉਚਾਰ। ਤੇ ਇੱਕ ਦੂਜੇ ਨੂੰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਣ ਬਾਬਤ ਬਿਰਤਾਂਤ ਗੱਲਾਂ ਦੱਸਦੇ ਐ, ਸੁਣਦੇ ਐ, ਸਲਾਹ ਮਸ਼ਵਰਾ ਕਰਦੇ ਐ। ਬਨਿਓ ਗ੍ਰੰਥ ਸਾਹਿਬ ਪਰਮਾਰਥ। ਇੱਕ ਦੂਜੇ ਨੂੰ ਕਹਿੰਦੇ ਐ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਿਆ ਜਾ ਰਿਹਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ
ਪਰਮਾਰਥ ਦੇ ਰਸਤੇ ਤੇ ਤੁਰਨ ਵਾਸਤੇ। ਗਿਨੇ ਗਏ ਜੇ ਭਗਤ ਉਦਾਰ, ਤੇ ਜਿਹੜੇ ਭਗਤ ਹਨ ਕੋਈ ਕਬੀਰ ਸਾਹਿਬ ਵਰਗੇ, ਉਹ ਸ਼੍ਰੇਸ਼ਟ ਗਿਣੇ ਜਾਣਗੇ ਕਿਉਂਕਿ ਉਹਨਾਂ ਦੀ ਬਾਣੀ ਵਿੱਚ ਦਰਜ ਕੀਤੀ ਜਾ ਰਹੀ ਹੈ। ਸਗਲ ਜਗਤ ਮਹਿ ਇਹੋ ਬੇਸਤੀ ਰਹਿ। ਤੇ ਕਹਿੰਦੇ ਵੀ ਗੁਰੂ ਅਰਜਨ ਦੇਵ ਮਹਾਰਾਜ ਤਾਂ ਜਗਤ ਗੁਰੂ ਹੈ। ਸਤਿਗੁਰੂ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਖਵਾ ਰਹੇ ਹੈ। ਤੇ ਇਹ ਵੀ ਸੱਚ ਹੈ ਵੀ ਸਤਿਗੁਰਾਂ ਦੀ ਇਹ ਗੁਰਬਾਣੀ ਸਾਰੇ ਸੰਸਾਰ ਵਿੱਚ ਇੱਕ ਦਿਨ ਫੈਲ ਜਾਵੇਗੀ। ਜਿਮ ਸਿੱਖੀ ਜਹ ਕਹਿ ਬੇਸਤਾਰ, ਜਿਵੇਂ ਇਹਨਾਂ ਦੀ ਸਿੱਖੀ ਸਭ ਸੰਸਾਰ ਵਿੱਚ ਫੈਲੀ ਹੋਈ ਹੈ। ਹਮਰੋ ਨਾਮ ਲਿਖਿਓ ਨਹਿ ਜੇ ਤਹਿ। ਤੇ ਜੇ ਮਹਾਰਾਜ ਨੇ ਸਾਡਾ ਨਾਂ ਨਾ ਲਿਖਿਆ ਇਸ ਗੁਰੂ ਗ੍ਰੰਥ ਸਾਹਿਬ ਵਿੱਚ, ਸਾਡੀ ਬਾਣੀ ਜਿਹੜੀ ਸਾਡੇ ਸ਼ਬਦ ਨਾ ਚੜਾਉਣਾ ਕੀਤੇ। ਬਿਦ ਤਹਿ ਨਹਿ ਪਾਛੇ ਸੰਸਾਰ, ਕਬੀਰ ਸਾਹਿਬ, ਫਰੀਦ ਸਾਹਿਬ, ਨਾਮਦੇਵ ਤੇ ਇਹ ਜੁੱਤੀਆਂ ਗੰਢਣ ਵਾਲੇ ਰਵਿਦਾਸ ਵਰਗਿਆਂ ਦਾ ਨਾਮ ਤਾਂ ਸੰਸਾਰ ਨੂੰ ਪਤਾ ਲੱਗੇਗਾ, ਪਰ ਸਾਨੂੰ ਕਿਸੇ ਨੇ ਜਾਣਨਾ ਨਹੀਂ। ਜਦੋਂ ਸਿੱਖ ਗੁਰਬਾਣੀ ਪੜ੍ਹਨਗੇ, ਜਦੋਂ ਸਾਡੀ ਵਿੱਚ ਬਾਣੀ ਨਾ ਹੋਈ ਗੁਰੂ ਗ੍ਰੰਥ ਸਾਹਿਬ ਦੇ, ਸਾਨੂੰ ਕਿਸੇ ਨੇ ਪੁੱਛਣਾ ਨਹੀਂ, ਸਭ ਭੁੱਲ ਜਾਣਗੇ। ਇਸ ਕੋ ਜਤਨ ਕਰਹਾ ਜਿਮ ਹੋਵੈ। ਤੇ ਚਾਰੇ ਸਲਾਹ ਕਰਦੇ ਵੀ ਯਤਨ ਕਰਨਾ ਚਾਹੀਦਾ ਆਪਾਂ ਨੂੰ, ਜਿਵੇਂ ਵੀ ਹੋ ਸਕਦਾ ਹੈ ਆਪਾਂ ਚੱਲ ਕਰਕੇ ਮਹਾਰਾਜ ਦੇ ਕੋਲ। ਆਪਣੇ ਸ਼ਬਦ ਲਿਖਾਵਾਂ ਤਾਹੇ, ਆਪਦੀ ਗੁਰਬਾਣੀ ਲਿਖਾਈ, ਵਾਹਿਗੁਰੂ ਬਾਣੀ ਲਿਖਾਈਏ। ਆਪਦੇ ਸ਼ਬਦ ਜਿਹੜੇ ਆ ਨਾ, ਉਹ ਆਪਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿ ਕੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾ ਕੇ ਆਈਏ। ਕਾਨੇ ਭਣਿਓ ਕਾਨ ਸੁਧ ਲਿਆਇਓ। ਤੇ ਕਾਨਾ ਹੁਣ ਇਹਨਾਂ ਦਾ ਮੋਹਰੀ ਹੈ, ਚਾਹੁੰਦਾ ਹੈ ਵੀ ਹੰਕਾਰੀ ਬੜਾ ਵੱਡਾ, ਤੇ ਪੁੱਛਦਾ ਹੈ ਨਾਲਦਿਆਂ ਨੂੰ ਵੀ ਇਹ ਤੁਹਾਨੂੰ ਖਬਰ ਕਿੱਥੋਂ ਮਿਲੀ ਭਲਾ, ਕਿਹਨੇ ਦੱਸਿਆ ਹੈ ਵੀ ਅੰਮ੍ਰਿਤਸਰ ਸਾਹਿਬ ਗੁਰਬਾਣੀ ਲਿਖੀ ਜਾ ਰਹੀ ਹੈ। ਪ੍ਰਥਮ ਨਿਰਣੈ ਕਰ ਲਿਓ ਤਾਹੇ। ਪਹਿਲਾਂ ਇਸ ਗੱਲ ਦਾ ਨਿਰਣਾ ਕਰੋ, ਜਿਹਨੇ ਤੁਹਾਨੂੰ ਦੱਸਿਆ ਹੈ ਉਹਨੂੰ ਇੱਥੇ ਸੱਦ ਕੇ ਸਾਰੀ ਖਬਰ ਲੈਣੀ ਚਾਹੀਏ। ਕਹਿ ਪੀਲੋ ਲੱਧਾ ਸਿੱਖ ਇੱਕ ਹੈ। ਭਗਤ ਜਿਹੜਾ ਪੀਲੂ ਹੈ ਉਹ ਬੋਲਿਆ, ਕਹਿੰਦਾ ਹੇ ਕਾਨ੍ਹਾ ਜੀ, ਇੱਕ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਰਹਿੰਦਾ ਇੱਥੇ, ਭਾਈ ਲੱਧਾ ਜਿਸ ਦਾ ਨਾਮ ਹੈ। ਗਾ ਉਪਕਾਰ ਹਿਤ ਗੁਰ ਪਾਹੇ। ਤੇ ਉਹ ਸੁਣਿਆ ਸੱਤੇ ਬਲਵੰਡ ਨੂੰ ਪਰਉਪਕਾਰ ਕਰਦਿਆਂ ਜੋੜਨ ਵਾਸਤੇ ਮਹਾਰਾਜ ਦੇ ਕੋਲ ਪਿਛਲੇ ਦਿਨੀ ਗਿਆ ਸੀਗਾ। ਤਿਸ ਨੇ ਦੇਖਤ ਸੁਨਿਓ ਪ੍ਰਸੰਗ। ਉਹਨੇ ਸਾਰਾ ਪ੍ਰਸੰਗ ਉੱਥੇ ਵੇਖਿਆ ਹੈ ਤੇ ਸਿੱਖਾਂ ਸੰਗਤਾਂ ਤੋਂ ਸੁਣਿਆ ਹੈ, ਕਿਉਂਕਿ ਅੰਮ੍ਰਿਤਸਰ ਸਾਹਿਬ ਵਿੱਚ ਉਹ ਕਾਫੀ ਦਿਨ ਰਹਿ ਕੇ ਆਇਆ ਹੈ। ਇਹੋ ਨਿਸ਼ਚੈ ਕੀਨ ਸਮਿਥਿਆ ਨਾਹੀ। ਇਸ ਲਈ ਇਹ ਉਹਨੇ ਨਿਸ਼ਚਾ ਕੀਤਾ, ਕਾਨ੍ਹਾ ਜੀ ਜਾਣ ਲਓ ਵੀ ਇਹ ਝੂਠ ਨਹੀਂ ਹੋ ਸਕਦਾ। ਭਾਈ ਲੱਧਾ ਜੀ ਸਭ ਕੁਝ ਵੇਖ ਕੇ ਆਏ ਹਨ। ਸ਼ਾਹੋ ਹੁਸੈਨ ਪਣਿਓ ਤੇਹ ਸਿੱਖ ਕੋ। ਪੀਲੂ ਤੋਂ ਸੁਣ ਕੇ ਸ਼ਾਹ ਹੁਸੈਨ ਨੇ ਆਖਿਆ ਵੀ ਜਿਹੜਾ ਉਹ ਸਿੱਖ ਆਇਆ ਭਾਈ ਲੱਧਾ ਪਰ ਉਪਕਾਰੀ, ਬੁਝਾਹ ਆਪਣ ਹਦੂਰ ਬੁਲਾਏ। ਕਿਉਂ ਨਾ ਉਹਨੂੰ ਆਪਾਂ ਆਪਦੇ ਕੋਲ ਸੱਦ ਕੇ ਫਿਰ ਇੱਕ ਵਾਰੀ ਮੁੱਢ ਤੋਂ ਸਾਰੀ ਗੱਲ ਸੁਣ ਲਈਏ, ਉਥੋਂ ਦਾ ਹਾਲ ਸੁਣ ਲਈਏ। ਬਾਹਰ ਉਪਾਵ ਕਰਹਿ ਜਿਮ ਹੋਵੈ। ਫਿਰ ਆਪਾਂ ਜ਼ੋਰ ਮਾਰਾਂਗੇ ਜਿਵੇਂ ਵੀ ਹੋ ਸਕਿਆ, ਆਪਦੀ ਬਾਣੀ ਸ਼ਬਦ ਲਿਖਵਾਵਾਂਗੇ। ਸਰਬ ਪ੍ਰਸੰਗ ਸੁਧਿਆ ਸੁਨਾਏ। ਜਦੋਂ ਭਾਈ ਲੱਧਾ ਆਪਾਂ ਨੂੰ ਸਾਰਾ ਪ੍ਰਸੰਗ ਫਿਰ ਇੱਕ ਵਾਰੀ ਸੁਣਾ ਦੇਵੇਗਾ। ਤਬ ਛੱਜੂ ਨੇ ਦਾਸ ਪਠਾਇਓ। ਤਾਂ ਫਿਰ ਸਾਧ ਸੰਗ ਜਿਹੜਾ ਛੱਜੂ ਭਗਤ ਸੀ, ਇਹਨੇ ਆਪਦਾ ਇੱਕ ਦਾਸ ਭੇਜਣਾ ਕੀਤਾ, ਚੇਲਾ ਭੇਜਿਆ ਹੈ। ਲੱਧਾ ਕਰਿਓ ਆਵਾਹਨ ਆਏ। ਤੇ ਸੱਦ ਭੇਜ ਕੇ ਭਾਈ ਲੱਧਾ ਜੀ ਪਰਉਪਕਾਰੀ ਨੂੰ ਘਰੋਂ ਆਪਦੇ ਪਾਸ ਸੱਦ ਲਿਆ। ਗਮਨਿਓ ਭਗਤਨ ਕੇ ਟਿਗ ਹਰਕਤ। ਸੁਣ ਕੇ ਬੜਾ ਖੁਸ਼ ਹੁੰਦਾ ਹੋਇਆ ਭਾਈ ਲੱਧਾ ਇਹਨਾਂ ਭਗਤਾਂ ਦੇ ਪਾਸ ਪਹੁੰਚਿਆ ਹੈ। ਮਿਲਿਓ ਚਰਨ ਪਰ ਸੀਸ ਨਿਵਾਏ। ਇਹ ਸੰਤਾਂ ਭਗਤਾਂ ਦਾ ਪ੍ਰੇਮੀ ਭਾਈ ਲੱਧਾ ਚਰਨਾਂ ਤੇ ਸਿਰ ਰੱਖ ਕੇ ਬੜਾ ਪ੍ਰੇਮ ਦੇ ਨਾਲ ਇਹਨਾਂ ਨੂੰ ਮਿਲਿਆ ਹੈ। ਕਹਾ ਲੱਧਾ ਸਤ ਗੁਰੂ ਬਾਰਤਾ। ਫਿਰ ਇਹ ਪੁੱਛਣ ਲੱਗੇ ਕਾਨੇ ਵਰਗੇ, ਕਹਿੰਦੇ ਉਹ ਭਾਈ ਲੱਧਾ ਜੀ
ਸੁਣਾਓ ਸਾਨੂੰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਅੱਜ ਕੱਲ੍ਹ ਕੀ ਵਰਤ ਰਿਹਾ ਹੈ। ਕਿਸ ਪਰਚੇ ਮੈਂ ਦਿਵਸ ਬਿਹਾਏ। ਕਿ ਗੁਰੂ ਅਰਜਨ ਦੇਵ ਜੀ ਕਿਸ ਕੰਮ ਵਿੱਚ ਰੁੱਝੇ ਹੋਏ ਐ, ਕਿਵੇਂ ਦਿਨ ਬਤੀਤ ਕਰ ਰਹੇ ਹਨ। ਕਿਆ ਦੇਖਿਓ ਤੈਂ ਤਹੀ ਜਾਏ ਕਰ। ਸੁਣਿਆ ਤੂੰ ਪਿਛਲੇ ਦਿਨੀ ਅੰਮ੍ਰਿਤਸਰ ਸਾਹਿਬ ਗਿਆ ਸੋ, ਕੀ ਵੇਖ ਕੇ ਆਇਆ ਸਾਨੂੰ ਦੱਸਣਾ ਕਰ। ਸੋ ਹਮ ਕੋ ਸਭ ਦੇਹੋ ਸੁਨਾਏ। ਜੋ ਵੀ ਸੁਣ ਵੇਖ ਕੇ ਆਇਆ ਹੈ ਉਹ ਸਾਰੀ ਗੱਲਬਾਤ ਅੰਮ੍ਰਿਤਸਰ ਸਾਹਿਬ ਦੀ ਸਾਨੂੰ ਸੁਣਾਉਣਾ ਕਰ। ਹਾਥ ਜੋਰ ਕਰ ਕਹੀ ਸਰਬ ਤਿਨ। ਇਹ ਨਿਰਮਲ ਚਿਤ ਭਾਈ ਲੱਧਾ ਜੀ ਨੇ ਹੱਥ ਜੋੜ ਕੇ ਇਹਨਾਂ ਭਗਤਾਂ ਨੂੰ ਸਾਰੀ ਗੱਲ ਦੱਸਣੀ ਆਰੰਭ ਕੀਤੀ ਹੈ। ਆਬ ਬਾਨੀ ਕੋ ਰਹੇ ਬਨਾਏ। ਕਿ ਗੁਰੂ ਅਰਜਨ ਦੇਵ ਜੀ ਅੱਜ ਕੱਲ੍ਹ ਗੁਰਬਾਣੀ ਲਿਖਵਾ ਰਹੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ। ਰੈਨ ਦਿਵਸ ਹੋਏ ਇਸ ਕੇ ਤਤਪਰ। ਤੇ ਮਹਾਰਾਜ ਇਸ ਪਾਸੇ ਜ਼ਿਆਦਾ ਖਿਆਲ ਦੇ ਰਹੇ, ਦਿਨ ਰਾਤ ਤਿਆਰ ਬਰ ਤਿਆਰ ਤਤਪਰ ਹੋ ਕਰਕੇ। ਨਾਨਾ ਭਾਂਤੇ ਨ ਸ਼ਬਦ ਲਿਖਾਏ। ਸਤਿਗੁਰਾਂ ਨੇ ਭਾਈ ਗੁਰਦਾਸ ਜੀ ਤੋਂ ਲਿਖਾਰੀ ਲਾ ਕੇ ਬੜੇ ਨਾਨਾ ਤਰ੍ਹਾਂ ਦੇ ਹਰੇਕ ਪੱਖ ਤੇ ਸਤਿਗੁਰਾਂ ਨੇ ਸ਼ਬਦ ਲਿਖਾਉਣਾ ਕੀਤੇ ਐ। ਪੰਚ ਗੋਰਨ ਕੀ ਪ੍ਰਥਮ ਲਿਖਤ ਹੈ। ਪਹਿਲਾਂ ਰਾਗ ਅੰਦਰ ਮਹਾਰਾਜ ਜੀ ਪੰਜ ਸਤਿਗੁਰਾਂ ਦੀ ਆਪਦੇ ਸਮੇਤ ਗੁਰਬਾਣੀ ਲਿਖਦੇ ਹਨ। ਦਿਨ ਪੀਛੇ ਸਭ ਭਗਤ ਲਿਖਾਏ। ਤੇ ਉਸ ਤੋਂ ਬਾਅਦ 15 ਭਗਤ ਆਉਂਦੇ ਐ। ਇਹ ਕਾਨਾ ਪੀਲੂ ਛੱਜੂ ਇਹ ਸ਼ਾਹ ਹੁਸੈਨ ਜੀ ਸੁਣੋ। ਉਹ 15 ਭਗਤ ਮਹਾਰਾਜ ਦੀ ਬਾਣੀ ਤੋਂ ਬਾਅਦ ਰਾਗ ਵਿੱਚ ਆਪਣੀ ਬਾਣੀ ਆਪ ਖੁਦ ਲਿਖਵਾ ਕੇ ਜਾਂਦੇ ਐ। ਗਨ ਰਾਗਨ ਮੈਂ ਲਿਖਤ ਜਾਤ ਬਾਹਰ। ਤੇ ਮਹਾਰਾਜ ਉਹਨਾਂ ਭਗਤਾਂ ਦੀ ਬਾਣੀ ਬੜਿਆਂ ਰਾਗਾਂ ਵਿੱਚ ਲਿਖੀ ਜਾ ਰਹੇ ਹਨ। ਹੈ ਭਾਈ ਗੁਰਦਾਸ ਜੀ ਨਾਏ। ਤੇ ਭਾਈ ਗੁਰਦਾਸ ਜੀ ਨੂੰ ਜਣਾਉਂਦੇ ਆ ਬਾਣੀ। ਭਾਈ ਗੁਰਦਾਸ ਜੀ ਬੈਠੇ ਹੁੰਦੇ ਕੋਲ, ਸਤਿਗੁਰਾਂ ਨੂੰ ਬਾਣੀ ਸੁਣਾਉਂਦੇ ਆ ਭਗਤ, ਤੇ ਭਾਈ ਗੁਰਦਾਸ ਜੀ ਨੂੰ ਵੀ ਦਰਸ਼ਨ ਹੁੰਦੇ ਆ। ਮਹਾਰਾਜ ਦਾ ਵਰਦਾਨ ਹੋਇਆ ਉਹਨਾਂ ਨੂੰ। ਤੇ ਭਾਈ ਗੁਰਦਾਸ ਜੀ ਗੁਰਬਾਣੀ ਲਿਖਦੇ ਆ ਜਦੋਂ ਜਣਾਉਂਦੇ ਸੁਣਾਉਂਦੇ ਹਨ। ਬਣਿਓ ਗ੍ਰੰਥ ਬਾਡੋ ਜਾਨ ਜਹਾਜ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਹੁਣ ਤਕਰੀਬਨ ਸਰੂਪ ਤਿਆਰ ਹੋ ਚੁੱਕਾ ਹੈ। ਬਸ ਥੋੜ੍ਹੀ ਗੁਰਬਾਣੀ ਲਿਖਣ ਵਾਲੀ ਰਹਿ ਗਈ ਹੈ। ਬਹੁਤ ਬਾਣੀ ਲਿਖ ਦਿੱਤੀ ਹੈ। ਤੋ ਇਉਂ ਜਾਣੋ ਹੇ ਕਾਨ੍ਹਾ ਜੀ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਵੇਂ ਜਹਾਜ਼ ਹੁੰਦਾ, ਬਹੁਤ ਵੱਡਾ ਗ੍ਰੰਥ ਤਿਆਰ ਹੋ ਰਿਹਾ ਹੈ। ਭਾਵ ਜਲ ਤੇ ਪਾਰ ਜੋ ਉਤਰਾਏ। ਇਹ ਇਹੋ ਜਿਹਾ ਗ੍ਰੰਥ ਹੋਵੇਗਾ। ਮਹਾਰਾਜ ਦਾ ਵਰਦਾਨ ਹੈ ਵੀ ਇਹ ਬਾਣੀ ਸੰਸਾਰ ਦੇ ਪਾਪੀ ਤੋਂ ਪਾਪੀ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕੱਢ ਦਿਆ ਕਰੇਗੀ। ਬਹੁਤ ਬਣਿਓ ਕੁਛ ਰਹਿਓ ਤਨਕ ਆਬ। ਤਕਰੀਬਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਿਆ ਜਾ ਚੁੱਕਾ ਹੈ। ਬਸ ਥੋੜਾ ਕਾਰਜ ਬਾਕੀ ਹੈ। ਕੀਤੇ ਕੋ ਦਿਵਸ ਬਿਖੈ ਹੋਏ ਤਿਆਰ। ਤੇ ਰਹਿੰਦਾ ਕਾਰਜ ਵੀ ਕੁਝ ਦਿਨਾਂ ਵਿੱਚ ਪੂਰਾ ਹੋ ਜਾਵੇਗਾ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤਿਆਰ ਹੋ ਜਾਣਾ ਹੈ। ਸੁਣ ਕਾਨਾ ਪੁੱਛਨ ਪੁਨ ਲਾਗਿਓ। ਸੁਣ ਕੇ ਭਾਈ ਲੱਧਾ ਜੀ ਤੋਂ ਤੇ ਕਾਨਾ ਫਿਰ ਪੁੱਛਣ ਲੱਗਿਆ ਹੈ। ਭਗਤ ਆਗਮਨ ਕੀ ਸੁਪਰਕਾਰ। ਵੀ ਭਗਤ ਕਿਵੇਂ ਆਉਂਦੇ ਆ ਭਲਾ ਇੱਥੇ? ਗੁਰੂ ਅਰਜਨ ਦੇਵ ਮਹਾਰਾਜ ਕੋਲ ਭਗਤ ਭਲਾ ਕਿਸ ਤਰ੍ਹਾਂ ਆਉਂਦੇ, ਸਾਨੂੰ ਜਰਾ ਦੱਸਣਾ ਕਰ। ਗੁਰੂ ਆਵਾਹਨ ਤੇ ਸੋ ਆਏ। ਉਹ ਭਾਈ ਲੱਧਾ ਜੀ ਕਹਿੰਦੇ ਮੈਨੂੰ ਸਮਝ ਨਹੀਂ ਲੱਗੀ। ਕਾਨਾ ਪੁੱਛਦਾ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਸੱਦੇ ਆ ਭਗਤ ਕੇ ਬਿਨਾਂ ਸੱਦੇ ਤੋਂ ਆ ਰਹੇ ਹਨ? ਕਿਧਾ ਆਵਾਹਨ ਬਿਨਤ ਪਿਤੇ ਸਬਾਰ। ਹਾਂ ਕਿ ਸੱਚੇ ਪਾਤਸ਼ਾਹ ਮਹਾਰਾਜ ਨੇ ਆਵਾਹਨ ਕਹੀਏ ਸੱਦਾ ਭੇਜਿਆ। ਸੱਦੇ ਤੇ ਆਏ ਆ ਕਿ ਬਿਨਾਂ ਸੱਦੇ ਤੋਂ ਆਏ ਹਨ? ਕੋ ਦਰਸਤ ਹੈ ਤਿਨ ਸਰੂਪ ਕੋ। ਤੇ ਕੌਣ ਉਹਨਾਂ ਦਾ ਸਰੂਪ ਵੇਖ ਸਕਦਾ ਹੈ? ਕਿਵੇਂ ਵੀ ਭਗਤ ਤਾਂ ਉਹ ਸਰੀਰ ਕਰਕੇ ਹੈ ਹੀ ਨਹੀਂ ਸੰਸਾਰ ਤੇ। ਕਬੀਰ ਫਰੀਦ ਸਾਹਿਬ ਵਰਗੇ ਕੌਣ ਉਹਨਾਂ ਦੇ ਸਰੂਪ ਦੇ ਦਰਸ਼ਨ ਗੁਰੂ ਅਰਜਨ ਦੇਵ ਮਹਾਰਾਜ ਤੋਂ ਬਿਨਾਂ ਕੀ ਹੋਰ ਵੀ ਕੋਈ ਉਹਨਾਂ ਦੇ ਦਰਸ਼ਨ ਕਰ ਰਿਹਾ ਹੈ? ਕੀ ਤੂੰ ਬੈਠੈ ਇਹ ਸਕਲ ਉਚਾਰ। ਤੇ ਸਾਨੂੰ ਇਹ ਵੀ ਦੱਸ ਵੀ ਭਗਤ ਮਹਾਰਾਜ ਕੋਲ ਕਿੱਥੇ ਆ ਕਰਕੇ ਰਹਿੰਦੇ ਬਹਿੰਦੇ ਹਨ ਜਦੋਂ ਦਰਸ਼ਨ ਕਰਨ ਆਉਂਦੇ ਆ? ਲੱਧੇ ਪਣਿਓ ਏਕਾਂਤ ਪਏ ਗੁਰ। ਭਾਈ ਲੱਧਾ ਜੀ ਕਹਿੰਦੇ ਆ ਕਿ ਗੁਰੂ ਅਰਜਨ ਦੇਵ ਜੀ ਇਕਾਂਤ ਹੋ ਰਹੇ ਆ। ਅੰਮ੍ਰਿਤਸਰ ਸਾਹਿਬ ਤੋਂ ਥੋੜਾ ਹਟ ਕੇ
ਉਜਾੜ ਵਿੱਚ ਮਹਾਰਾਜ ਨੇ ਤੰਬੂ ਲਗਵਾਏ ਹੈ। ਬਨ ਮਹਿ ਬਹਿਰ ਸੋ ਡੇਰਾ ਲਾਏ। ਬਾਹਰ ਜੰਗਲ ਵਿੱਚ ਉਜਾੜ ਵਿੱਚ ਮਹਾਰਾਜ ਜੀਆਂ ਨੇ, ਭਾਵੇਂ ਹੁਣ ਰਾਮਸਰ ਸਾਹਿਬ ਸ਼ਹਿਰ ਦੇ ਵਿਚਕਾਰ ਹੈ ਖਾਲਸਾ ਜੀ, ਜਦੋਂ ਦੀ ਇਹ ਕਥਾ ਵਾਰਤਾ ਹੈ ਉਸ ਸਮੇਂ ਇਸ ਪਾਸੇ ਉਜਾੜ ਹੈ ਸੀਗੀ। ਤੋ ਭਗਤ ਕਹਿੰਦੇ ਆ ਭਾਈ ਲੱਦਾ ਜੀ ਮਹਾਰਾਜ ਉਹ ਤਾਂ ਸੱਚੇ ਪਾਤਸ਼ਾਹ ਜੀ ਉਜਾੜ ਵਿੱਚ ਤੰਬੂ ਲਗਵਾ ਕੇ ਇਕੱਲੇ ਰਹਿ ਰਹੇ ਹੈ। ਪ੍ਰਥਮ ਰਾਗ ਸ਼੍ਰੀ ਰਾਗ ਬਖਾਨਿਓ। ਸਤਿਗੁਰਾਂ ਨੇ ਸਾਰਿਆਂ ਤੋਂ ਪਹਿਲਾਂ ਸ਼੍ਰੀ ਰਾਗ ਜਿਹੜਾ ਸ਼੍ਰੋਮਣੀ ਰਾਗ ਹੈ ਉਹ ਲਿਖਣਾ ਕੀਤਾ। ਸ਼੍ਰੀ ਰਾਗ ਵਿੱਚ ਬਾਣੀ ਲਿਖੀ ਹੈ। ਤਬ ਹੈ ਭਗਤ ਆਏ ਸਮੁਦਾਏ। ਤੇ ਅਜੇ ਸ਼੍ਰੀ ਰਾਗ ਵਿੱਚ ਮਹਾਰਾਜ ਨੇ ਥੋੜੀ ਗੁਰਬਾਣੀ ਲਿਖੀ ਸੀ ਜਦੋਂ ਸਾਰੇ ਭਗਤ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਆਏ ਸਨ। ਸ਼੍ਰੀ ਆਰਜਨ ਸੋ ਕਰ ਸੰਵਾਦ। ਉਹ ਸਾਰੇ ਭਗਤ ਰੋਜ਼ ਸਤਿਗੁਰਾਂ ਦੇ ਨਾਲ ਸੰਵਾਦ ਕਰਦੇ ਆ, ਵਿਚਾਰ ਗਿਆਨ ਗੋਸ਼ਟੀ ਕਰਦੇ ਨੇ। ਸ਼ੁਭ ਪੁਨ ਗੁਰਦਾਸ ਸਰੂਪ ਦਿਖਾਏ। ਤੇ ਇੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਰਦਾਨ ਹੋਣੇ ਕਰਕੇ ਭਾਈ ਗੁਰਦਾਸ ਜੀ ਨੂੰ ਵੀ ਉਹਨਾਂ ਭਗਤਾਂ ਦੇ ਦਰਸ਼ਨ ਹੋ ਰਹੇ ਆ। ਜਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਦਿਸਦੇ ਆ ਜਾਂ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਦੇ ਦਰਸ਼ਨ ਕਰਦੇ ਹਨ। ਤਿਸ ਢਿਗ ਕਹਿਤ ਲੇਖਤ ਸੋ ਜਾਵੈ। ਤੇ ਜੋ ਵੀ ਉਹ ਕਹਿੰਦੇ ਆ ਭਗਤ ਭਾਈ ਗੁਰਦਾਸ ਜੀ ਪਾਸ ਬੈਠੇ ਹੁੰਦੇ ਆ ਸਤਿਗੁਰਾਂ ਦੇ ਤੇ ਭਗਤਾਂ ਦੇ, ਤੇ ਜਦੋਂ ਬਾਣੀ ਉਚਾਰਦੇ ਭਗਤ ਉਹ ਸਾਰੀ ਭਾਈ ਗੁਰਦਾਸ ਜੀ ਲਿਖੀ ਜਾਂਦੇ ਆ। ਇਸ ਪ੍ਰਕਾਰ ਆਬ ਲਾ ਲਿਖਵਾਏ। ਨਾਹੇ ਕਾਨਾ ਜੀ ਸੱਚ ਦੱਸਾਂ ਤਾਂ ਸਾਰੀ ਗੁਰਬਾਣੀ ਹੁਣ ਤੀਕਰ ਇਸੇ ਤਰ੍ਹਾਂ ਭਗਤਾਂ ਨੇ ਆਪ ਆਣ ਕੇ ਲਿਖਵਾਈ ਹੈ। ਇਮ ਕਹਿ ਲੱਧਾ ਗਇਓ ਸਦਨ ਕੋ। ਤੋ ਚਲੋ ਇਹਨਾਂ ਸੂਹ ਲੈਣੀ ਸੀ ਲੈ ਲਈ ਵੀ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਭਗਤਾਂ ਨੂੰ ਸੱਦਾ ਭੇਜਿਆ ਜੇ ਤੇ ਫਿਰ ਅਸੀਂ ਕੋਲ ਰਹਿੰਦੇ ਹਾਂ ਨਾਲੇ ਜਿਉਂਦੇ ਜਾਗਦੇ, ਸਾਨੂੰ ਕਿਉਂ ਨਹੀਂ ਸੱਦਿਆ। ਜੇ ਭਗਤ ਆਪ ਆਏ ਤੇ ਫਿਰ ਮਹਾਰਾਜ ਨੇ ਭਗਤਾਂ ਦੀ ਬਾਣੀ ਦਰਜ ਕੀਤੀ, ਅਸੀਂ ਵੀ ਵੱਡੇ ਭਗਤਾਂ ਚਾਰੇ ਸਾਡੀ ਵੀ ਦਰਜ ਕਰਨਗੇ। ਜੇ ਉਹ ਬਿਨਾਂ ਸੱਦੇ ਗਏ ਅਸੀਂ ਵੀ ਚਲੇ ਜਾਵਾਂਗੇ। ਇਹ ਖਬਰ ਜੀ ਕਣਸੋਜ ਹੀ ਲੈਣ ਵਾਸਤੇ ਸੱਦਿਆ ਸੀ ਭਾਈ ਲੱਦਾ ਜੀ ਨੂੰ। ਸਭ ਪੁੱਛ ਗਿੱਛ ਕਰਕੇ ਭਾਈ ਲੱਦਾ ਜੀ ਨੂੰ ਤੋਰ ਦਿੱਤਾ। ਇਹ ਆਪਣੇ ਘਰ ਨੂੰ ਚਲੇ ਗਏ ਐ। ਪੁਨਹ ਪਰਸਪਰ ਕਰਤ ਵਿਚਾਰ। ਫਿਰ ਚਾਰੇ ਜਣੇ ਆਪਸ ਵਿੱਚ ਰਲ ਮਿਲ ਕਰਕੇ ਵਿਚਾਰ ਕਰਨ ਲੱਗੇ ਐ। ਬਿਨਾ ਕਾਰਨ ਤੇ ਸੋ ਪਹੁੰਚੇ। ਵੀ ਜਾਣ ਲਈਏ ਵੀ ਹੁਣ ਭਾਈ ਲੱਦਾ ਜੀ ਦੇ ਕਹੇ ਅਨੁਸਾਰ ਭਗਤ ਤਾਂ ਬਿਨਾਂ ਸੱਦੇ ਤੋਂ ਉੱਥੇ ਪਹੁੰਚੇ ਐ। ਤੁਮ ਭੀ ਚੱਲਾ ਸੋ ਇਸੀ ਪ੍ਰਕਾਰ। ਮੈਂ ਤੁਸੀਂ ਆਪਾਂ ਸਾਰੇ ਹੀ ਜੇ ਉਹ ਬਿਨਾਂ ਸੱਦੇ ਤੋਂ ਗਏ ਆ ਤੇ ਆਪਾਂ ਨੂੰ ਵੀ ਬਿਨਾਂ ਸੱਦੇ ਜਾਣਾ ਚਾਹੀਦਾ ਹੈ। ਨਿਜ ਬਾਣੀ ਸ਼੍ਰੀ ਗ੍ਰੰਥ ਚੜਾਵਾਂ। ਤੇ ਤਾਂ ਕਿ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਮਿਲ ਕੇ ਆਪੋ ਆਪਣੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾ ਸਕੀਏ। ਹੈ ਨਾਮ ਥਿਰ ਜਗਤ ਮਝਾਰ। ਕਿਉਂਕਿ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਵਿੱਚ ਜੇ ਸਾਡੀ ਬਾਣੀ ਲਿਖੀ ਗਈ ਤੇ ਸਾਡਾ ਨਾਂ ਸੰਸਾਰ ਤੇ ਜੁਗੋ ਜੁਗ ਅਟਲ ਹੋ ਜਾਵੇਗਾ, ਅਮਰ ਹੋ ਜਾਵੇਗਾ, ਸਦਾ ਰਹੇਗਾ। ਮਨ ਆਸ਼ਾ ਕੋ ਸਭ ਹੀ ਜਾਣੈ ਹੈ। ਤੇ ਸਾਡੇ ਮਨ ਦੇ ਆਸ਼ਰਾ ਜਿਹੜਾ ਸਿਧਾਂਤ ਹੈ ਨਾ ਸਾਡੀਆਂ ਗੱਲਾਂ ਸਾਡੀ ਬਾਣੀ ਅਨੁਸਾਰ ਸਾਰਾ ਸੰਸਾਰ ਜਾਣਿਆ ਕਰੇਗਾ ਸਾਡੇ ਉਪਦੇਸ਼ ਨੂੰ। ਲਿਖਵਾ ਵਾਹ ਕਹਿ ਸ਼ਬਦ ਮਝਾਰ। ਇਹ ਆਪਣਾ ਮਤ ਜਿਹੜਾ ਅਸੀਂ ਸ਼ਬਦ ਦੇ ਵਿੱਚ ਸਤਿਗੁਰਾਂ ਨੂੰ ਕਹਿ ਕੇ ਲਿਖਵਾ ਦੇਵਾਂਗੇ। ਏਮ ਸਲਾਹਕਾਰ ਨਿਸਾ ਬਿਤਾਈ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਸਲਾਹ ਕਰਕੇ ਇਹਨਾਂ ਨੇ ਤੇ ਇੱਕ ਰਾਤ ਜਦੋਂ ਬਤੀਤ ਕੀਤੀ ਹੈ। ਭਈ ਪ੍ਰਾਤ ਕਾਨਾ ਸਵਾਰ ਅੱਗੇ ਪੜ ਵਿਸ਼ਰਾਮ। ਅੱਛਾ, ਤੋ ਜਦੋਂ ਪਰਾਤ ਹੋਈ ਨਾ ਭਈ ਪ੍ਰਾਤ ਕਾਨਾ ਅਸਵਾਰ, ਜਦੋਂ ਰਾਤ ਲੰਘੀ ਦਿਨ ਚੜ੍ਹਿਆ ਤੇ ਕਾਨਾ ਜਿਹੜਾ ਆਪਦੇ ਰੱਥ ਤੇ ਚੜ੍ਹ ਬੈਠਾ ਹੈ ਅੰਮ੍ਰਿਤਸਰ ਸਾਹਿਬ ਨੂੰ ਤੁਰ ਪਿਆ ਹੈ। ਤੀਨਾ ਅਪਰ ਗਮਨ ਕੋ ਠਾਨਿਓ। ਤੇ ਮਗਰੋਂ ਤਿੰਨੇ ਵੀ ਆਪੋ ਆਪਣੇ ਸਾਧਨਾਂ ਤੇ ਜਿਹੜੇ ਵੈ ਭਗਤ ਅੰਮ੍ਰਿਤਸਰ ਸਾਹਿਬ ਨੂੰ ਤੁਰ ਪਏ ਹਨ। ਜਿਨ ਕੇ ਔਰ ਕੁਛ ਹੰਕਾਰ। ਕਵੀ ਜੀ ਕਹਿੰਦੇ ਚੱਲੇ ਅੰਮ੍ਰਿਤਸਰ ਸਾਹਿਬ ਆਪਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਵਾਉਣ।
ਇਹਨਾਂ ਚਾਰਾਂ ਦੇ ਮਨ ਵਿੱਚ ਕੁਝ ਹੰਕਾਰ ਵੀ ਸੂਖ ਮੰਜਿਆ ਹੈ। ਪੰਥ ਜਾਮਨੀ ਏਕ ਬਿਤਾਈ, ਇੱਕ ਰਾਤ ਇਹਨਾਂ ਨੂੰ ਰਸਤੇ ਵਿੱਚ ਲੱਗੀ ਹੈ। ਅਗਲੇ ਦਿਨ ਗੁਰਪੁਰੀ ਮਝਾਰ, ਅਗਲੇ ਦਿਨ ਚੜੇ ਤੁਰੇ ਤੇ ਅੰਮ੍ਰਿਤਸਰ ਸਾਹਿਬ ਸਤਿਗੁਰਾਂ ਦੇ ਨਗਰ ਵਿੱਚ ਆਏ ਪ੍ਰਵੇਸ਼ੇ ਮਨ ਵਿਸ਼ੇਸ਼ੇ। ਹਾਂ, ਮਹਾਰਾਜ ਦੇ ਦਰਬਾਰ ਵਿੱਚ ਆਣ ਪਹੁੰਚੇ ਹੈ। ਅੰਮ੍ਰਿਤਸਰ ਸਾਹਿਬ ਵਿੱਚ ਆ ਗਏ ਚਾਰੇ ਜਣੇ ਜਿਨ੍ਹਾਂ ਦੇ ਮਨ ਵਿੱਚ ਬੜਾ ਹੰਕਾਰ ਭਾਰੀ ਹੈ। ਪਹੁੰਚੇ ਸ੍ਰੀ ਗੁਰ ਕੇ ਦਰਬਾਰ, ਤੇ ਗੁਰੂ ਅਰਜਨ ਦੇਵ ਜੀ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਵਿੱਚ ਉਸ ਸਮੇਂ ਸੁਭਾਏਮਾਨ ਸਨ। ਇਹ ਸਤਿਗੁਰਾਂ ਦੇ ਦਰਬਾਰ ਵਿੱਚ ਪਹੁੰਚ ਗਏ। ਹਰ ਮੰਦਰ ਸੁੰਦਰ ਕੇ ਅੰਦਰ, ਸਤਿਗੁਰੂ ਜੀ ਸਜੇ ਹੋਏ ਆ ਹਰਿਮੰਦਰ ਸਾਹਿਬ ਦੇ ਪਾਵਨ ਪਵਿੱਤਰ ਸੁੰਦਰ ਮਹੱਲ ਵਿੱਚ। ਸ੍ਰੀ ਗੁਰ ਸ਼ੋਭਤ ਬਹੁਤੇ ਸਕਾਲ, ਸੰਗਤਾਂ ਦਰਸ਼ਨ ਕਰ ਰਹੀਆਂ। ਹਜ਼ੂਰ ਚੌਂਕੜਾ ਲਾ ਕੇ ਸਮਾਧੀ ਵਿੱਚ ਬੈਠੇ ਹੋਏ ਹਨ। ਬੜਾ ਆਨੰਦ ਛਾ ਰਿਹਾ, ਸੋਭਾ ਹੋ ਰਹੀ ਹੈ। ਲਖੇ ਮਨ ਜੋਤ ਭਗਤ ਆਗਵਨ, ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਆਇਆਂ ਨੂੰ ਵੇਖਿਆ ਵੀ ਆ ਗਏ ਚਾਰ ਆਪਦੇ ਆਪ ਨੂੰ ਭਗਤ ਕਹਾਉਣ ਵਾਲੇ, ਜਿਨ੍ਹਾਂ ਦੇ ਮਨ ਵਿੱਚ ਹੰਕਾਰ ਹੈ ਜਾਂ ਜਿਨ੍ਹਾਂ ਦਾ ਮਨ ਹੰਕਾਰ ਦੇ ਸਹਿਤ ਹੈ। ਆਗੈ ਠਾਡੇ ਭਏ ਕਿਰਪਾਲ, ਤੇ ਕਿਰਪਾਲੂ ਦਿਆਲੂ ਮਹਾਰਾਜ ਇਹਨਾਂ ਦੀ ਪਰਖ ਕਰਨ ਵਾਸਤੇ, ਕਿਉਂਕਿ ਜਿਹੜਾ ਮੂਰਖ ਤੇ ਹੰਕਾਰੀ ਹੁੰਦਾ ਨਾ ਸਾਧ ਸੰਗਤ ਜੀ, ਉਹਨੂੰ ਜੇ ਸਤਿਕਾਰ ਦਈਏ ਫਿਰ ਹੋਰ ਚੌੜਾ ਹੋ ਜਾਂਦਾ। ਤੋ ਸੱਚੇ ਪਾਤਸ਼ਾਹ ਜੀ ਜਾਣਦੇ ਆ ਵੀ ਇਹਨਾਂ ਦੇ ਹਿਰਦੇ ਵਿੱਚ ਹੰਕਾਰ ਹੈ, ਨਿਮਰਤਾ ਹੈ ਨਹੀਂ। ਇਹਨਾਂ ਦਾ ਸਤਿਕਾਰ ਕਰਨ ਵਾਸਤੇ ਮਹਾਰਾਜ ਇਹਨਾਂ ਦੀ ਪਰਖ ਕਰਨ ਵਾਸਤੇ ਆਇਆਂ ਨੂੰ ਵੇਖ ਕੇ ਸਿੰਘਾਸਨ ਛੱਡ ਕੇ ਖੜੇ ਹੋ ਗਏ ਹਨ। ਬੰਦਨ ਠਾਨ ਪਰਸ ਪਰ ਹਰਖਤ, ਤੇ ਉਹਨਾਂ ਵੀ ਮਹਾਰਾਜ ਨੂੰ ਨਮਸਕਾਰਾਂ ਕੀਤੀਆਂ। ਸਤਿਗੁਰਾਂ ਵੀ ਆਇਆਂ ਦਾ ਅਦਬ ਸਤਿਕਾਰ ਕੀਤਾ ਹੈ। ਕਾਹੈ ਬੈਠਾਰੇ ਸਭ ਹਿਤ ਨਾਲ, ਬੜੇ ਪ੍ਰੇਮ ਨਾਲ ਸਤਿਕਾਰ ਕਰਦਿਆਂ ਮਹਾਰਾਜ ਨੇ ਸਾਰੇ ਹੀ ਆਪਦੇ ਲਾਗੇ ਬਿਠਾ ਲਏ ਐ। ਸ੍ਰੀ ਅਰਜਨ ਸਾਦਰ ਕਹਿ ਮਾਧੁਰ, ਤੇ ਫਿਰ ਮਿੱਠੇ ਬਚਨ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀਆਂ ਆਖੇ ਹਨ। ਸਭ ਹਿਨ ਕਰੋ ਨਾ ਕੀਨ ਵਿਸਾਲ, ਆਖਿਆ ਹੈ ਭਗਤ ਜਨੋ, ਤੁਸਾਂ ਸਾਰਿਆਂ ਨੇ ਬੜੀ ਕਿਰਪਾ ਕੀਤੀ ਸਾਡੇ ਤੇ। ਦਰਸ਼ਨ ਦੀਨ ਕ੍ਰਿਤਾਰਥ ਕੀਨਸ, ਤੁਸੀਂ ਤਾਂ ਦਰਸ਼ਨ ਦੇ ਕੇ ਸਾਨੂੰ ਕਿਰਤਾਰਥ ਨਿਹਾਲ ਕਰ ਦਿੱਤਾ ਹੈ। ਪਰਮਾਰਥ ਮਨ ਪੀਨਸ ਨੀਤ, ਪਰਮੇਸ਼ਰ ਦੇ ਰਸਤੇ ਤੇ ਚੱਲਣ ਵਾਸਤੇ ਤੁਹਾਡਾ ਮਨ ਸਦਾ ਭਿੱਜਿਆ ਰਹਿੰਦਾ ਹੈ। ਵਿੱਚ ਰਾਹ ਨਰਨ ਉਧਾਰਨ ਕਾਰਨ, ਆਪ ਜੀ ਸੰਸਾਰ ਤੇ ਜੀਵਾਂ ਦੇ ਕਲਿਆਣ ਵਾਸਤੇ ਸਰੀਰ ਧਾਰ ਕੇ ਵਿਚਰਦੇ ਹੋ। ਕਰੇ ਨਿਹਾਰਨ ਹੋਏ ਸੁਖ ਚੀਤ, ਤੇ ਜਿਹੜਾ ਤੁਹਾਡੇ ਦਰਸ਼ਨ ਕਰ ਲੈਂਦਾ ਉਹ ਚਿੱਤ ਕਰਕੇ ਨਿਹਾਲੋ ਨਿਹਾਲ ਹੋ ਜਾਂਦਾ ਹੈ। ਮਿਲਹਾ ਸੁਧਾਰਨ ਮੋਹ ਬਿਦਾਰਨ, ਉਹਨਾਂ ਦੇ ਚਿੱਤ ਸੌਖੇ ਹੋ ਜਾਂਦੇ ਜਿਨ੍ਹਾਂ ਨੂੰ ਤੁਸੀਂ ਦਰਸ਼ਨ ਬਖਸ਼ਦੇ ਜੇ। ਤੇ ਜਿਨ੍ਹਾਂ ਨੂੰ ਤੁਸੀਂ ਕਿਤੇ ਚੱਲਦੇ ਚਲਾਉਂਦੇ ਸੁਤੇ ਸਿੱਧ ਮਿਲ ਜਾਓ, ਉਹਨਾਂ ਦਾ ਮੋਹ ਨਾਸ਼ ਕਰ ਦਿੰਦੇ ਹੋ। ਦਾਰਨ ਦੁਖ ਟਾਰਨ ਕੀ ਰੀਤ, ਇਹ ਤੁਹਾਡੀ ਭਗਤਾਂ ਦੀ ਦੁੱਖ ਟਾਰਨ ਦੀ ਜਾਂ ਬੜੇ ਭਿਆਨਕ ਦੁੱਖਾਂ ਕਲੇਸ਼ਾਂ ਨੂੰ ਟਾਲਣ ਦੀ ਰੀਤ ਹੈ ਤੁਹਾਡੀ ਜੋ ਮਰਿਆਦਾ। ਤਾਰਨ ਤਰਨ ਸਰਣ ਪ੍ਰਤਪਾਰਨ, ਸ਼ਰਨ ਵਿੱਚ ਆਇਆਂ ਨੂੰ ਪ੍ਰਤਪਾਲਣ ਵਾਲੇ ਹੋ। ਤੇ ਤਰਨ ਸੰਸਾਰ ਨੂੰ ਤਾਰਨ ਵਾਸਤੇ ਤੁਸੀਂ ਤਰਨ ਕਹੀਏ ਜਹਾਜ਼ ਦੇ ਵਰਗੇ ਹੋ। ਜੀਤ ਵਿਕਾਰਨ ਤੇ ਵਿਪਰੀਤ, ਵਿਕਾਰਾਂ ਨੂੰ ਤੁਸੀਂ ਜਿੱਤਿਆ ਹੋਇਆ ਹੈ। ਮਨ ਤੁਹਾਡਾ ਵਿਕਾਰਾਂ ਤੋਂ ਵਿਪਰੀਤ ਉਲਟ ਹੋ ਰਿਹਾ ਹੈ। ਕਾਰਨ ਕਵਨ ਆਪ ਆਗਵਨੂ, ਹਾਂ ਦੱਸੋ ਜੀ, ਆਪ ਕਿਸ ਕਰਕੇ ਇੱਥੇ ਸਾਡੇ ਪਾਸ ਚੱਲ ਕੇ ਆਏ, ਕਸ਼ਟ ਕੀਤਾ ਹੈ। ਗੁਰ ਭਵਨੂ ਮੇਲ ਕਰ ਸਮੁਦਾਏ, ਗੁਰੂ ਨਾਨਕ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਿੱਚ ਤੁਹਾਨੂੰ ਚੱਲ ਕੇ ਆਉਣਾ ਪਿਆ ਸਾਰਿਆਂ ਨੂੰ। ਕੀ ਕਾਰਨ ਇਸ ਗੱਲ ਦਾ? ਮਹਾਰਾਜ ਜਾਣਦੇ ਤਾਂ ਹੈ, ਇਹਨਾਂ ਦੇ ਮੂੰਹੋਂ ਪੁੱਛ ਸੁਣਨਾ ਚਾਹੁੰਦੇ ਆ। ਸਭ ਮੈਂ ਅਧਿਕ ਹੰਕਾਰੀ ਕਾਨਾ, ਇਹ ਕਾਨਾ ਜਿਹੜਾ ਹੁਣ ਸਾਰਿਆਂ ਦੇ ਵਿੱਚੋਂ ਬੜਾ ਹੰਕਾਰੀ ਹੈ, ਆਪਦੇ ਆਪ ਨੂੰ ਪਰਮੇਸ਼ਰ ਕਹਾਉਂਦਾ ਹੈ। ਕਾਨ ਸੁਨਤ ਜਾਸ ਮਨ ਓਮ ਗਾਏ, ਤੇ ਇੱਕ ਮਹਾਰਾਜ ਨੇ ਸੋਭਾ ਕਰ ਦਿੱਤੀ ਇਸ ਦੀ ਵੀ ਤੁਸੀਂ ਤਾਂ ਬਸ ਸੰਸਾਰ ਤੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਆਏ ਹੋ। ਤੇ ਸੋਭਾ ਸਾਧ ਸੰਗਤ ਜੀ ਫਿਰ ਪਚਦੀ ਕਿਸੇ ਵਿਰਲੇ ਨੂੰ ਹੈ। ਜਦੋਂ ਸੱਚੇ ਪਾਤਸ਼ਾਹ ਦੇ ਮੂੰਹੋਂ ਸੋਭਾ ਸੁਣੀ
ਤੇ ਹੰਕਾਰੀ ਕਾਨਾ ਜਿਹੜਾ ਥੋੜਾ ਜਿਹਾ ਹੋਰ ਚੌੜਾ ਜਿਹਾ ਹੁੰਦਾ ਹੈ, ਬੜਾ ਉਹ ਧੌਣ ਜੀ ਉੱਚੀ ਕਰ ਕਰਕੇ ਮਹਾਰਾਜ ਦੇ ਅੱਗੇ ਖੜਦਾ ਹੈ। ਆਵਨ ਹਿਤ ਨਿਕੇਤ ਬਿਖੈ ਤੁਮ। ਤੇ ਬੋਲਿਆ, ਕਹਿੰਦਾ, ਹੇ ਗੁਰੂ ਅਰਜਨ ਦੇਵ ਜੀ, ਤੁਹਾਡੇ ਘਰ ਵਿੱਚ ਆਉਣ ਦਾ ਜਿਹੜਾ ਸਾਡਾ ਕਾਰਨ ਹੈ, ਹਮਾਰੋ ਭਇਓ ਲਖਾਏ ਸੁਭਾਏ। ਇਸ ਤਰ੍ਹਾਂ ਅਸੀਂ ਆਏ ਹਾਂ। ਉਹ ਜਿਸ ਕੰਮ ਨੂੰ ਤੁਹਾਡੇ ਕੋਲ ਅਸੀਂ ਆਏ ਹਾਂ ਉਹ ਸੁਣਨਾ ਕਰੋ ਜੀ। ਸੁਣਿਓ ਤਾਹਾਂ ਬਡ ਰਚਿਓ ਗ੍ਰੰਥ ਜੀ। ਅਸੀਂ ਲਾਹੌਰ ਤੁਹਾਡੇ ਕਿਸੇ ਸਿੱਖ ਤੋਂ ਸੁਣਿਆ ਸੀ ਵੀ ਅੰਮ੍ਰਿਤਸਰ ਸਾਹਿਬ ਤੁਹਾਡੇ ਦੁਆਰਾ ਕੋਈ ਬੜਾ ਮਹਾਨ ਗ੍ਰੰਥ ਲਿਖਿਆ ਜਾ ਰਿਹਾ ਹੈ, ਬਾਨੀ ਪੰਚ ਗੁਰੂ ਨ ਬਨਾਏ। ਵੀ ਤੁਸੀਂ ਸਤਿਗੁਰੂ ਨਾਨਕ ਪਾਤਸ਼ਾਹ ਤੋਂ ਆਦ 5 ਪਾਤਸ਼ਾਹੀਆਂ ਦੀ ਆਪ ਦੇ ਸਮੇਤ ਗੁਰਬਾਣੀ ਲਿਖ ਰਹੇ ਹੋ, ਗਨ ਭਗਤਨ ਕੇ ਸ਼ਬਦ ਲਿਖਾਏ। ਤੇ ਨਾਲ ਬਹੁਤ ਭਗਤਾਂ ਦੇ ਤੁਸੀਂ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਵਾਉਣਾ ਕੀਤੇ ਐ, ਸਭ ਰਾਗਨ ਕੇ ਬਿਖੈ ਬਨਾਏ। ਤੇ ਇਹ ਗੁਰਬਾਣੀ ਤੁਸੀਂ ਬਹੁਤੇ ਰਾਗਾਂ ਦੇ ਵਿੱਚ ਬਣਾ ਰਹੇ ਲਿਖ ਰਹੇ ਹੋ। ਤਿਨ ਸਭ ਕੇ ਨਹਿ ਦੇਹ ਗ੍ਰਹਿ ਆਬ। ਤੇ ਫਿਰ ਕਾਨਾ ਬੋਲਿਆ ਅਸਲੀ ਗੱਲ, ਕਹਿੰਦਾ, ਮਹਾਰਾਜ ਵੀ ਹੁਣ ਜਿਨ੍ਹਾਂ ਦੀ ਬਾਣੀ ਤੁਸੀਂ ਭਗਤਾਂ ਦੀ ਲਿਖਵਾਈ ਜਾਂਦੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ, ਵੀ ਉਹਨਾਂ ਨੂੰ ਤਾਂ ਸੰਸਾਰ ਤੋਂ ਗਿਆਨ ਨੂੰ ਕਿੰਨਾ ਸਮਾਂ ਹੋ ਚੁੱਕਾ ਹੈ, ਉਹ ਤਾਂ ਸਰੀਰ ਕਰਕੇ ਹੈ ਨਹੀਂ, ਨਾ ਉਹ ਆਪ ਹੈ ਤੇ ਨਾ ਉਹਨਾਂ ਦੇ ਕੋਈ ਘਰ ਘਾਟ ਹਨ। ਜਗ ਮੈਂ ਬਿਦਤ ਨਹੀਂ ਬਹੁ ਥਾਏ। ਤੇ ਸੰਸਾਰ ਵਿੱਚ ਬੜੀਆਂ ਥਾਵਾਂ ਇਹੋ ਜਿਹੀਆਂ ਜਿੱਥੇ ਨਾ ਕੋਈ ਕਬੀਰ ਨੂੰ ਜਾਣਦਾ, ਨਾ ਨਾਮਦੇਵ ਨੂੰ, ਨਾ ਕੋਈ ਫਰੀਦ ਨੂੰ, ਨਾ ਸੈਣ ਨੂੰ, ਨਾ ਪੀਪੇ ਨੂੰ। ਇਹਨਾਂ ਭਗਤਾਂ ਨੂੰ ਜਾਣਦਾ ਵੀ ਸੰਸਾਰ ਵਿੱਚ ਕੋਈ ਨਹੀਂ। ਬਾਦਰ ਹੈ ਠਾਨਤ ਬਾਹ ਹਿੰਦੂ। ਬਾਕੀ ਜਿਨ੍ਹਾਂ ਦੀ ਬਾਣੀ ਤੁਸੀਂ ਲਿਖਵਾ ਰਹੇ ਹੋ, ਇਹਨਾਂ ਦੇ ਨਾਲ ਪਾਂਡੇ, ਹਿੰਦੂ, ਬ੍ਰਾਹਮਣ ਬੜਾ ਬਾਦ ਝਗੜਾ ਕਰਦੇ ਰਹੇ ਆ। ਤੁਰਕ ਨਾ ਚੀਨ ਸਕਹਿ ਸਮੁਦਾਏ। ਤੇ ਸਾਰੇ ਤੁਰਕ ਵੀ ਇਹਨਾਂ ਨੂੰ ਜਾਣਦੇ ਨਹੀਂ, ਨਾ ਜਾਣ ਸਕੇ ਹਨ। ਕਹਾਂ ਪਏ ਨਾਰ ਲਖ ਹੈ ਨਾ ਤਿਨ ਕੋ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਨਹੀਂ ਜਾਣਦਾ ਇਹਨਾਂ ਨੂੰ। ਕੌਣ ਹੈ ਉਹ ਲੋਕ ਜਿਹੜੇ ਇਹਨਾਂ ਨੂੰ ਜਾਣਦੇ ਹਨ? ਹੋਤੇ ਕਾਨ ਕੇ ਮੈਂ ਭਏ ਸੁਭਾਏ। ਤੇ ਕੋਈ ਨਹੀਂ ਇਹ ਗੱਲ ਜਾਣਦਾ ਵੀ ਕਦੋਂ ਹੋਏ ਆ, ਇਹਨਾਂ ਦਾ ਸੁਭਾਅ ਕਿਹੋ ਜਿਹਾ ਹੋਵੇਗਾ। ਹਮ ਜੀਵਤ ਆਨੰਦ ਰਸ ਪੀਵਤ। ਭਾਵ ਕਹਿਣ ਦਾ, ਮਹਾਰਾਜ ਤੁਸੀਂ ਮਰਿਆਂ ਮੁੱਕਿਆਂ ਭਗਤਾਂ ਦੀ ਗੁਰਬਾਣੀ ਲਿਖਾਈ ਜਾਂਦੇ ਹੋ, ਇਧਰ ਅਸੀਂ ਐਡੇ ਵੱਡੇ ਭਗਤ ਤੁਹਾਡੇ ਲਾਗੇ ਰਹਿੰਦੇ ਆ ਲਾਹੌਰ ਵਿੱਚ, ਤੇ ਅਸੀਂ ਜਿਉਂਦੇ ਜੀ ਅੰਮ੍ਰਿਤ ਰਸ ਪੀ ਰਹੇ ਹਾਂ, ਆਨੰਦ ਰਸ ਪਰਮੇਸ਼ਰ ਦੀ ਪ੍ਰਾਪਤੀ ਦਾ ਪੀ ਰਹੇ ਹਾਂ। ਬਿਦਤ ਸੋਥੀਵਤ ਜਗਤ ਮਝਾਰ। ਉਹਨਾਂ ਭਗਤਾਂ ਨੂੰ ਕੌਣ ਜਾਣਦਾ ਮਹਾਰਾਜ ਜਿਨ੍ਹਾਂ ਦੀ ਬਾਣੀ ਲਿਖਦੇ ਹੋ? ਇਧਰ ਸਾਨੂੰ ਸਭ ਰਾਜੇ ਮਹਾਰਾਜੇ ਸੰਸਾਰ ਵਿੱਚ ਜਾਣਦੇ ਹਨ। ਜਾਣੈ ਹੈ ਰਾਉ ਰੰਕ ਮੈਂ ਹੈ ਸਗਰੇ। ਹਾਂ, ਕੋਈ ਰਾਜਾ ਹੈ, ਕੋਈ ਕੰਗਾਲ ਹੈ, ਸਾਨੂੰ ਸਾਰਿਆਂ ਵਿੱਚ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ। ਮਾਨੈ ਹੈ ਬਚਨ ਚਰਨ ਸਿਰ ਤਾਰ। ਵੱਡੇ ਵੱਡੇ ਰਾਜੇ ਸਾਡੇ ਬਚਨ ਮੰਨਦੇ ਐ, ਸਾਡੇ ਪੈਰਾਂ ਤੇ ਡਿੱਗਦੇ ਹਨ। ਆਗੇ ਆਲਖ ਹੈ ਵੇਦ ਸਾਮ ਹਮਰੀ। ਤੇ ਮਹਾਰਾਜ ਸਾਡੀ ਆਗਿਆ ਨੂੰ ਵੇਦਾਂ ਵਾਂਗੂ ਪੂਜਦੇ ਐ, ਕਿਉਂਕਿ ਕਾਨੇ ਦਾ, ਖਾਲਸਾ ਜੀ ਪੀਲੂ ਦਾ, ਇਹਨਾਂ ਦਾ ਪ੍ਰਤਾਪ ਬਹੁਤ ਸੀ ਇਸ ਇਲਾਕੇ ਵਿੱਚ। ਇਸ ਪਾਸੇ ਕੁਝ ਹੰਕਾਰ ਕਰਕੇ ਕਹਿ ਰਹੇ ਵੀ ਸਾਡੇ ਮੂੰਹੋਂ ਨਿਕਲੇ ਬਚਨ ਨੂੰ ਸੰਸਾਰ ਦੇ ਲੋਕ, ਰਾਜੇ ਮਹਾਰਾਜੇ ਵੇਦਾਂ ਵਾਂਗੂ ਮੰਨਦੇ ਪੂਜਦੇ ਐ। ਕਰਨਾ ਹੈ ਸਕ ਹੈ ਕੋ ਹਟਕਾਰ। ਅਸੀਂ ਜੋ ਚਾਹੀ ਉਹ ਕਰ ਸਕਦੇ ਆਂ, ਕਿਸੇ ਵਿੱਚ ਜੁਰਤ ਨਹੀਂ ਮਹਾਰਾਜ ਸਾਡਾ ਕਿਹਾ ਹੋਇਆ ਬਚਨ ਮੋੜ ਸਕੇ। ਸਾਡਾ ਬੜਾ ਪ੍ਰਤਾਪ ਹੈ। ਇਮ ਬਿਸ ਤਰਤ ਸੋ ਜਸ ਸਾਬ ਦਿਸ ਮੈਂ ਹੈ। ਤੇ ਸਾਡਾ ਜਿਹੜਾ ਵਡਿਆਈ ਜਸ ਹੈ ਸਾਰੇ ਸੰਸਾਰ ਵਿੱਚ ਬੜਾ ਫੈਲਿਆ ਹੋਇਆ। ਤੁਮ ਕਿਆ ਨਹਿ ਜਾਣਤ ਇਹ ਸਾਰ। ਕੀ ਮਹਾਰਾਜ ਏਡਾ ਸ੍ਰੇਸ਼ਟ ਸਾਡਾ ਪ੍ਰਤਾਪ, ਤੁਸੀਂ ਸਾਡੇ ਲਾਗੇ ਬਹਿ ਕੇ ਅੰਮ੍ਰਿਤਸਰ ਸਾਹਿਬ ਹੀ ਗ੍ਰੰਥ ਲਿਖਵਾਈ ਜਾਂਦੇ ਹੋ, ਪਾਸਿਓਂ ਭਗਤ ਸੱਦ ਲਾਏ, ਤੇ ਕੀ ਸਾਡੇ ਬਾਰੇ ਸਾਰਾ ਸੰਸਾਰ ਜਾਣਦਾ ਹੈ, ਤੁਸੀਂ ਨਹੀਂ ਜਾਣਦੇ, ਤੁਹਾਨੂੰ ਨਹੀਂ ਪਤਾ ਲੱਗਿਆ ਹੈ। ਬਾਣੀ ਲਿਖੀ ਮ੍ਰਿਤਕ ਜੇ ਹੋਏਗੇ। ਆ ਜਿਹੜੇ ਮਰ ਮੁੱਕ ਗਏ ਆ ਭਗਤ, ਉਹਨਾਂ ਦੀ ਬਾਣੀ ਇੱਥੇ ਲਿਖੀ ਜਾਂਦੇ ਹੋ। ਹਮ ਜੀਵਤ ਕੀ ਸੁਧ ਨਹਿ ਲੀਨ। ਤੇ ਸਾਡੀ ਜਿਉਂਦਿਆਂ ਦੀ ਐਡੇ ਪ੍ਰਤਾਪੀ ਭਗਤਾਂ ਦੀ ਤੁਸੀਂ ਖਬਰ ਤੱਕ ਨਹੀਂ ਲਈ, ਨਾਲੇ ਰਹਿੰਦੇ ਤੁਹਾਡੇ ਲਾਗੇ ਹਾਂ। ਜੇ ਹਮਰੇ ਤੁਮ ਸ਼ਬਦ ਲਿਖਾ ਨਹਿ। ਕਾਨਾ ਕਹਿੰਦਾ ਹੰਕਾਰ ਵਿੱਚ ਵੀ, ਮਹਾਰਾਜ ਜੇ ਤੁਸੀਂ
ਤੁਸੀਂ ਸਾਡੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਲਿਖਿਆ ਤਾਂ ਕਿਮ ਪਰਮਾਨ ਹੋਏ ਗ੍ਰੰਥ ਨਵੀਨ। ਤੇ ਤੁਹਾਡਾ ਇਹ ਨਵਾਂ ਲਿਖਿਆ ਗ੍ਰੰਥ ਕਿਤੇ ਮੰਨਿਆ ਹੀ ਨਹੀਂ ਜਾਣਾ, ਸੰਸਾਰ ਨੇ ਪ੍ਰਵਾਨ ਹੀ ਨਹੀਂ ਕਰਨਾ। ਉਹਨਾਂ ਆਖਣਾ ਇਹਦੇ ਵਿੱਚ ਕਾਨਾ ਜੀ ਭਗਤ ਦੀ ਬਾਣੀ ਨਹੀਂ ਹੈ। ਸੁਨ ਹੈ ਨਾ ਪੜ ਹੈ ਨਾ ਕਹਿਓ ਨਾ ਮੰਨੈ। ਨਾ ਕਿਸੇ ਨੇ ਸੁਣਨਾ ਤੁਹਾਡਾ ਇਹ ਬਾਣੀ ਪੜ੍ਹੀ ਨੂੰ, ਨਾ ਕਿਸੇ ਨੇ ਪੜ੍ਹਨਾ ਹੈ। ਲਿਖ ਹੈ ਨ ਜੇ ਨਰ ਅਧਿਕ ਪ੍ਰਬੀਨ। ਤੇ ਨਾ ਇਹਦੇ ਗਾਂ ਉਤਾਰੇ ਹੋਣੇ ਆ, ਕਿਸੇ ਨੇ ਲਿਖਣਾ ਨਹੀਂ, ਉਤਾਰੇ ਨਹੀਂ ਕਰਨੇ, ਨਾ ਹੀ ਕਿਸੇ ਸਿਆਣੇ ਨੇ ਤੁਹਾਡੇ ਗ੍ਰੰਥ ਨੂੰ ਮੰਨਣਾ ਹੈ। ਜਾਂ ਤੇ ਨੀਕੀ ਬਾਤ ਨਾ ਕੀਨਸ। ਹਾਂ, ਇਸ ਕਰਕੇ ਮਹਾਰਾਜ ਮੈਂ ਤਾਂ ਜਾਣਿਆ ਵੀ ਤੁਸੀਂ ਕੋਈ ਸਿਆਣਪ ਨਹੀਂ ਕੀਤੀ, ਤੁਸੀਂ ਕੋਈ ਚੰਗੀ ਗੱਲ ਨਹੀਂ ਕੀਤੀ ਹੈ। ਤੁਮ ਹੋ ਜਗ ਗੋਰ ਲੀਜਾ ਚੀਨ। ਵੀ ਤੁਸੀਂ ਜਾਣੋ ਇਹ ਗੱਲ ਵੀ ਤੁਸੀਂ ਸੰਸਾਰ ਦੇ ਗੁਰੂ, ਸਭ ਸੰਸਾਰ ਇਹ ਗੱਲ ਜਾਣਦਾ ਹੈ। ਤੁਸੀਂ ਚੰਗਾ ਨਹੀਂ ਕੀਤਾ, ਮਰਿਆਂ ਦੀ ਬਾਣੀ ਲਿਖਾਈ ਜਾਂਦੇ ਹੋ ਤੇ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੰਸਾਰ ਤੇ ਸਾਡੇ ਵਰਗੇ ਮਹਾਨ ਭਗਤ ਜਿਨ੍ਹਾਂ ਨੂੰ ਸਭ ਜਾਣਦੇ ਆ, ਨਾਲੇ ਜਿਉਂਦੇ ਤੁਹਾਡੇ ਲਾਗੇ ਰਹਿੰਦੇ ਆ, ਸਾਡੀ ਤੁਸੀਂ ਖਬਰ ਤੱਕ ਨਹੀਂ ਲਈ ਹੈ। ਬੋਲੇ ਸ਼੍ਰੀ ਅਰਜਨ ਹਮ ਬਾਨੀ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਾਂ ਜਾਣਦੇ ਆ ਵੀ ਇਹ ਹੰਕਾਰੀ ਕਿੱਥੋਂ ਬੋਲਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆ ਕਾਨੇ ਦੇ ਤਾਈ ਕਿ ਹੇ ਕਾਨਾ ਜੀ ਜਰਾ ਸੁਣਨਾ ਕਰੋ, ਜਿਹੜੀ ਇਹ ਅਸੀਂ ਬਾਣੀ ਲਿਖਵਾ ਰਹੇ ਹਾਂ। ਜਿਤ ਕੇਤ ਹੋਤੀ ਕਰੀ ਇਕ ਥਾਏ। ਉਹ ਇਹ ਗੁਰਬਾਣੀ ਹੈ ਵੀ ਜਿਹੜੀ ਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਸੀ ਨਾ, ਉਹ ਜਿੱਥੇ ਕਿੱਥੇ ਸੀ ਪੋਥੀਆਂ ਰੂਪ ਵਿੱਚ ਜਾਂ ਪਾਸੇ ਆਸੇ ਸਿੱਖਾਂ ਕੋਲ, ਉਹ ਹੁਕਮਨਾਮੇ ਭੇਜ ਕੇ ਅਸੀਂ ਸਾਰੀ ਇੱਕ ਥਾਂ ਇਕੱਠੀ ਕਰ ਰਹੇ ਹਾਂ। ਬ੍ਰਿੰਦ ਭਗਤ ਸੋ ਲਖ ਕਰ ਆਏ। ਅਸੀਂ ਉਹਨਾਂ ਨੂੰ ਸਦਾ ਨਹੀਂ ਭੇਜਿਆ ਭਗਤਾਂ ਨੂੰ, ਉਹ ਸਾਰੀ ਆਪ ਹੀ ਜਾਣ ਕੇ ਵੀ ਇਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਲਿਖਿਆ ਜਾ ਰਿਹਾ ਗੁਰੂ ਅਰਜਨ ਦੇਵ ਜੀ ਦੁਆਰਾ। ਅਸੀਂ ਉਹਨਾਂ ਨੂੰ ਸਦਾ ਨਹੀਂ ਭੇਜਿਆ, ਉਹ ਆਪ ਹੀ ਜਾਣ ਕਰਕੇ ਇਹ ਗੱਲ ਗੁਰਬਾਣੀ ਲਿਖਣ ਦੀ ਸਾਡੇ ਪਾਸ ਆਏ ਹਨ। ਤਿੰਨ ਸੋ ਕਹਿਓ ਸੋ ਹਮ ਸਮਝਾਏ। ਤੇ ਇਹ ਕਾਨਾ ਜੀ ਅਸੀਂ ਉਹਨਾਂ ਨੂੰ ਆਉਂਦਿਆਂ ਹੀ ਜਦੋਂ ਉਹਨਾਂ ਆਖਿਆ ਸੀ ਆਪਣੀ ਬਾਣੀ ਲਿਖਵਾਉਣੀ ਹੈ, ਅਸੀਂ ਉਹਨਾਂ ਨੂੰ ਇੱਕ ਗੱਲ ਸਮਝਾ ਕੇ ਆਖ ਦਿੱਤੀ ਹੈ ਸੀ ਗੁਰਬਾਣੀ ਅਨੁਸਾਰ ਬਨਾਈ ਦੇਖ। ਵੀ ਗੁਰਬਾਣੀ ਜਿਹੜੀ ਆ ਨਾ ਵੇਖ ਲਓ ਗੁਰੂ ਨਾਨਕ ਪਾਤਸ਼ਾਹ ਦੀ, ਇਹਦੇ ਸਿਧਾਂਤ ਅਨੁਸਾਰ ਜੇ ਤੁਸੀਂ ਗੁਰਬਾਣੀ ਜਾਂ ਬਾਣੀ ਉਚਾਰੋਗੇ, ਦੇਖੋ ਮਿਲਤ ਕੋ ਦਈ ਲਿਖਾਏ। ਤੇ ਅਸੀਂ ਜਿਹੜਾ ਵਾ ਚੜਾ ਦੇਵਾਂਗੇ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਜਾਵੇਗੀ ਜੀ ਉਹ ਸਿਧਾਂਤ ਦੀ ਕਸਵੱਟੀ ਤੇ ਪੂਰੀ ਉਤਰਦੀ ਹੋਈ। ਹੇ ਕਾਨਾ ਜੀ ਉਹਨਾਂ ਭਗਤਾਂ ਨੇ ਫਿਰ ਸਾਡੇ ਪਾਸ ਬਹਿ ਕੇ ਜਿੰਨੀ ਬਾਣੀ ਉਚਾਰੀ ਉਹ ਤੁਸੀਂ ਪੜ੍ਹ ਕੇ ਵੇਖੋ, ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਦੇ ਨਾਲ ਗੁਰਮਤਿ ਵਿੱਚ ਪੂਰੀ ਮਿਲਦੀ ਜੁਲਦੀ ਹੈ। ਇਹ ਜਾਣ ਕੇ ਅਸੀਂ ਇਹਨਾਂ ਦੀ ਬਾਣੀ ਸਤਿਗੁਰਾਂ ਦੇ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਣਾ ਕੀਤੀ ਹੈ। ਤੁਮ ਆਪ ਆਏ ਕਰਹਾ ਸ਼ਬਦ ਨਿਜ। ਬਾਕੀ ਜੀ ਆਇਆਂ ਨੂੰ ਤੁਹਾਨੂੰ ਵੀ, ਜੇ ਤੁਸੀਂ ਆਏ ਹੋ ਤੇ ਕੋਈ ਨਹੀਂ, ਤੁਸੀਂ ਵੀ ਆਪਦੀ ਬਾਣੀ ਉਚਾਰ ਕੇ ਕੋਈ ਸ਼ਬਦ ਸਾਨੂੰ ਸੁਣਾਓ। ਸੁਨੈ ਉਚਿਤ ਤਬ ਲੇਹ ਚੜਾਏ। ਤੇ ਤੁਹਾਡੇ ਸ਼ਬਦ ਸੁਣ ਕੇ ਜੇ ਸਾਨੂੰ ਚੰਗਾ ਲੱਗਿਆ ਵੀ ਇਹ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨਾਲ ਮੇਲ ਖਾਂਦੀ ਇੱਕੋ ਮਤ ਦੀ ਗੱਲ ਹੈ, ਪਰਮੇਸ਼ਰ ਦੀ ਪੂਜਣ ਬਾਬਤ ਹੈ, ਜੇ ਸਾਨੂੰ ਠੀਕ ਲੱਗਿਆ ਅਸੀਂ ਜ਼ਰੂਰ ਤੁਹਾਡੀ ਬਾਣੀ ਲਿਖ ਦੇਵਾਂਗੇ। ਬ੍ਰਹਮ ਗਿਆਨ ਕੋ ਮਨ ਅਭਿਮਾਨ। ਇਹ ਦਰਸਾਦ ਸੰਗਿਓ ਨੂੰ ਕਾਨਾ ਜਿਹੜਾ ਦੇ ਮਨ ਵਿੱਚ ਹੁਣ ਬ੍ਰਹਮ ਗਿਆਨ ਦਾ ਬੜਾ ਭਾਰੀ ਹੰਕਾਰ ਹੈ। ਸੁਨ ਕਾਨਾ ਔਰ ਹਰਖਤ ਹੋਏ। ਤੇ ਇਹ ਸੁਣ ਕੇ ਨਾ ਕਾਨਾ ਵੀ ਮੈਂ ਵੱਡਾ ਭਗਤ ਹਾਂ, ਮੇਰੀ ਤਾਂ ਲਿਖੀ ਹੋਈ ਜਾਣੀ ਬਾਣੀ, ਤੇ ਬੜਾ ਚੌੜਾ ਜਿਹਾ ਹੋ ਕੇ ਸਿਰ ਜਿਹਾ ਚੁੱਕ ਕੇ ਹੰਕਾਰ ਜਿਹਾ ਚੜਾ ਕਰਕੇ ਜਾਣਿਓ ਗੁਰ ਅਨੁਸਾਰ ਹਮਾਰੇ। ਤੇ ਮਹਾਰਾਜ ਦੀ ਨਿਮਰਤਾ ਵੇਖ ਕੇ ਇਹਨੂੰ ਭੁਲੇਖਾ ਪੈ ਗਿਆ, ਕਹਿੰਦਾ ਵੀ ਮਨ ਚ ਸੋਚਦਾ ਵੀ ਇਹ ਕਿਹੜੀ ਗੱਲ ਹੈ, ਗੁਰੂ ਅਰਜਨ ਦੇਵ ਮਹਾਰਾਜ ਨੂੰ ਲਿਖਣੀ ਪੈਣੀ ਬਾਣੀ, ਸਾਥੋਂ ਭੈ ਮੰਨਦੇ ਆ, ਹੱਥ ਜੋੜਦੇ ਪਏ ਜਾਂ ਬੜਾ ਨਿਮਰਤਾ ਰੱਖਦੇ ਪਏ ਆ। ਇਹ ਗੁਰੂ ਅਰਜਨ ਦੇਵ ਜੀ ਤਾਂ ਸਾਡੇ ਅਧੀਨ ਹਨ, ਜਿਵੇਂ ਕਵਾਂਗੇ ਕਰਵਾ ਲਵਾਂਗੇ। ਮੈਂ ਕਿਆ ਲਾਗ ਹਾਂ ਲਖ ਹੈ ਨਾ ਜੋਏ। ਬਾਕੀ ਮੈਂ ਕਿਹੜਾ ਕੋਈ ਛੋਟਾ ਮੋਟਾ ਭਗਤਾਂ ਜਿਹੜਾ
ਗੁਰੂ ਅਰਜਨ ਦੇਵ ਜੀ ਮੈਨੂੰ ਜਾਣਦੇ ਨਹੀਂ ਹਨ। ਬਾਣੀ ਕਰਾਂ ਬਨਾਵਨ ਆਪਣੀ, ਇਸ ਕਰਕੇ ਸੋਚਦਾ ਹੁਣ ਮੈਂ ਆਪਣੀ ਬਾਣੀ ਬਣਾਉਣੀ ਕਰਾਂਗਾ। ਬ੍ਰਹਮ ਗਿਆਨ ਕੇ ਬਿਖੈ ਪਰੋਏ, ਜਿਹੜੀ ਬ੍ਰਹਮ ਗਿਆਨ ਦੇ ਵਿੱਚ ਪਰੋਈ ਹੋਵੇਗੀ। ਬਿਦਤਾ ਹੈ ਜਿਤ ਕੇਤ ਚਿਤ ਏਮ ਚਿਤਵਤ, ਤੇ ਚਿੱਤ 'ਚ ਸੋਚਦਾ ਵੀ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਸਰੂਪ ਵਿੱਚ ਮੈਂ ਆਪਦੀ ਬਾਣੀ ਲਿਖਾਵਾਂਗਾ, ਫਿਰ ਮੇਰਾ ਨਾਮ ਮੇਰੀ ਬਾਣੀ ਸਭ ਸੰਸਾਰ ਵਿੱਚ ਸਿੱਖਾਂ ਵਿੱਚ ਪੜ੍ਹੀ ਜਾਵੇਗੀ, ਮੈਂ ਸਭ ਪਾਸੇ ਪ੍ਰਗਟ ਹੋ ਜਾਵਾਂਗਾ, ਮੈਨੂੰ ਸਭ ਪੂਜਿਆ ਕਰਨਗੇ। ਬੋਲਾ ਸ਼ਬਦ ਅਹੰ ਬ੍ਰਹਮ ਸੋਏ, ਤੇ ਫਿਰ ਸਾਧ ਸੰਗਤ ਜੀ ਇਹ ਹੰਕਾਰ ਦੇ ਵਿੱਚ ਬੋਲਿਆ ਇਹ ਸ਼ਬਦ, ਮਤਲਬ ਇਸ ਸਿਧਾਂਤ ਦਾ ਸ਼ਬਦ ਉਹ ਬੋਲਿਆ ਵੀ ਮੈਂ ਹੀ ਬ੍ਰਹਮ ਹਾਂ, ਪਰਮੇਸ਼ਰ ਮੈਂ ਹਾਂ। ਕਾਨਾ ਵਾਚ ਉਹੀ ਰੇ ਮੈਂ ਉਹੀ ਰੇ, ਫਿਰ ਇਹਨੇ ਇਹ ਸਾਧ ਸੰਗਤ ਦੀ ਬਾਣੀ ਉਚਾਰੀ ਸੀ। ਮਹਾਰਾਜ ਨੂੰ ਕਹਿੰਦਾ ਮਹਾਰਾਜ ਮੇਰੀ ਲਿਖੋ ਬਾਣੀ। ਉਚਾਰਦਾ ਮੈਨੇ ਫਿਰ ਉਚਾਰੀ, ਕਹਿੰਦਾ ਮੈਂ ਉਹੀ ਰੇ ਮੈਂ ਉਹੀ ਰੇ, ਮੈਂ ਉਹੀ ਹਾਂ ਹੇ ਭਾਈ, ਮੈਂ ਉਹੀ ਪਰਮੇਸ਼ਰ ਹਾਂ। ਜਾਂ ਕਾ ਵੇਦ ਪੁਰਾਣ ਸਭ ਗਾਵੈ, ਜਿਸ ਪਰਮੇਸ਼ਰ ਨੂੰ ਵੇਦ ਗਾਉਂਦੇ ਆ, ਚਾਰ ਪੁਰਾਣ ਸ਼ਾਸਤਰ ਸਭ ਗ੍ਰੰਥ ਗਾਉਂਦੇ ਆ, ਉਹਦੀ ਸੋਭਾ ਗਾਉਂਦੇ ਹਨ। ਖੋਜਤ ਖੋਜ ਨ ਕੋਈ ਰੇ, ਬੜੇ ਖੋਜਣ ਵਾਲੇ ਖੋਜਦੇ ਐ ਪਰ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ ਹਾਂ। ਜਾ ਕੋ ਨਾਰਦ ਸਾਰਦ ਸੇਵੈ, ਜਿਸ ਬ੍ਰਹਮ ਨੂੰ ਨਾਰਦ ਸਾਰਦ ਵਰਗੇ ਜਿਹੜੇ ਵਾ, ਜਾਂ ਸਾਰਦਾ ਸਰਸਵਤੀ ਨਾਰਦ ਮੁਨ ਵਰਗੇ ਸੇਵਾ ਕਰਦੇ ਐ। ਸੇਵੈ ਦੇਵੀ ਦੇਵਾਰੇ, ਦੇਵੀਆਂ ਦੇਵਤੇ ਜਿਸ ਪਰਮੇਸ਼ਰ ਦੀ ਸੇਵਾ ਕਰਦੇ ਆ, ਧਿਆਉਂਦੇ ਹਨ। ਬ੍ਰਹਮਾ ਵਿਸ਼ਨ ਮਹੇਸ਼ ਆਰਾਧਾ ਹੈ, ਜਿਹਨੂੰ ਬ੍ਰਹਮਾ ਆਰਾਧਦਾ ਹੈ, ਵਿਸ਼ਨੂੰ ਆਰਾਧਦਾ ਹੈ, ਮਹਾਦੇਵ ਵਰਗੇ ਸ਼ਿਵ ਜੀ ਵਰਗੇ ਧਿਆਉਂਦੇ ਹਨ। ਸਭ ਕਰਦੇ ਜਾ ਕੀ ਸੇਵਾ ਰੇ, ਤੇ ਜਿਸ ਪਰਮੇਸ਼ਰ ਦੀ ਸਭ ਸੇਵਾ ਕਰਦੇ ਦੇਵੀ ਦੇਵਤੇ ਨਰ ਤੇ ਜਾਂ ਜਿਹੜੇ ਦੈਂਤ ਆਦਿਕ ਹਨ। ਕਹਿ ਕਾਨਾ ਅਸਮਮ ਸਰੂਪ ਹੈ, ਕਾਨਾ ਕਹਿੰਦਾ ਮੈਂ ਕਹਿ ਰਿਹਾ ਮੇਰਾ ਇਹੋ ਜਿਹਾ ਸਰੂਪ ਹੈ ਵੀ ਮੈਂ ਪਰਮੇਸ਼ਰ ਹਾਂ, ਮੈਂ ਹੀ ਪਰਮੇਸ਼ਰ ਹਾਂ। ਆ ਦੇਵੀ ਦੇਵਤੇ ਕੌਣ ਹੈ ਮੇਰੇ ਅੱਗੇ? ਸਾਰੇ ਮੇਰਾ ਹੀ ਧਿਆਨ ਧਰਦੇ ਆ ਤੇ ਮੈਂ ਹੀ ਬ੍ਰਹਮ ਹਾਂ, ਵੀ ਆਪਦੇ ਆਪ ਨੂੰ ਬ੍ਰਹਮ ਜਣਾਉਂਦਾ ਹੈ ਨਾ, ਵੀ ਮੈਂ ਹੀ ਉਹ ਬ੍ਰਹਮ ਹਾਂ। ਇਹ ਦੇਵੀ ਦੇਵਤੇ ਆ ਵਿਸ਼ਨੂੰ ਬ੍ਰਹਮਾ ਵਰਗੇ ਤਾਂ ਮੈਂ ਸਮੁੰਦਰ ਰੂਪ ਵਿੱਚ ਹੀ ਇਹ ਲਹਿਰਾਂ ਵੱਤ ਉੱਠੇ ਹੋਏ ਆ ਤੇ ਆਸ ਮਮ ਸਰੂਪ ਹੈ। ਹੇ ਗੁਰੂ ਅਰਜਨ ਦੇਵ ਜੀ ਮੈਂ ਬ੍ਰਹਮ ਹਾਂ, ਪਰਮੇਸ਼ਰ ਹਾਂ, ਮੇਰਾ ਇਹ ਰੂਪ ਹੈ। ਅਪਰੰਪਰ ਅਲਖ ਅਪੇਵਾਰੇ, ਮੈਂ ਉਹੀ ਰੇ ਮੈਂ ਉਹੀ ਰੇ, ਮੈਂ ਉਹ ਹਾਂ ਕਿਹੜਾ ਜਿਹੜਾ ਅਪਰੰਪਰ ਪਾਰਾਵਾਰ ਤੋਂ ਪ੍ਰਕਿਰਤੀ ਤੋਂ ਪਰੇ ਹੈ, ਲਖਣੇ ਤੋਂ ਰਹਿਤ ਹੈ, ਭੇਵ ਜਿਸ ਦਾ ਕੋਈ ਪਾ ਨਹੀਂ ਸਕਦਾ। ਮੈਂ ਉਹੀ ਰੇ ਮੈਂ ਉਹੀ ਰੇ, ਮੈਂ ਉਹ ਬ੍ਰਹਮ ਹਾਂ, ਮੈਂ ਪਰਮੇਸ਼ਰ ਹਾਂ। ਸਵਈਆ ਛੰਦ ਇਮ ਆਸੈ ਜਪ ਆਪਨ ਜਨਾਇਆ, ਸਾਧ ਸੰਗ ਜਦੋਂ ਇਹਨੇ ਜਣਾਇਆ ਨਾ ਆਪਦਾ ਆਸਰਾ ਵੀ ਮੈਂ ਹੀ ਪਰਮੇਸ਼ਰ ਹਾਂ, ਆ ਜਿਹੜਾ ਵੈ ਸੰਸਾਰ ਇਹ ਮੇਰੇ ਹੀ ਸਰੂਪ ਦੇ ਵਿੱਚੋਂ ਬਣਿਆ ਹੋਇਆ, ਮੈਂ ਹੀ ਸਭ ਕੁਝ ਹਾਂ। ਆਪਦਾ ਜਦੋਂ ਇਸ ਆਪਦਾ ਅੰਦਰ ਦਾ ਮਤਾ ਸਿਧਾਂਤ ਇਹਨੇ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ। ਸ਼੍ਰੀ ਅਰਜਨ ਸੁਨ ਦੀਨ ਹਟਾਏ, ਤੇ ਸਤਿਗੁਰਾਂ ਨੇ ਸੁਣ ਕੇ ਸਿਰ ਹਿਲਾ ਦਿੱਤਾ, ਹਟਾ ਦਿੱਤਾ ਇਹਦੀ ਗੱਲ ਨੂੰ। ਹਮਰੇ ਇਹੋ ਪਰਮਾਨ ਨਾ ਹੋਏ ਹੈ, ਮਹਾਰਾਜ ਕਹਿੰਦੇ ਕਾਨਾ ਜੀ ਇਹ ਸਾਡੇ ਘਰ ਗੁਰੂ ਨਾਨਕ ਪਾਤਸ਼ਾਹ ਵਿੱਚ ਤਾਂ ਇਹ ਗੱਲ ਪ੍ਰਮਾਣ ਨਹੀਂ ਹੁੰਦੀ, ਇੱਥੇ ਨਹੀਂ ਇਹ ਗੱਲ ਮੰਨੀ ਜਾਂਦੀ ਹੈ। ਪਠੈ ਸਿੱਖ ਹੰਕਾਰ ਬੜਾਏ, ਜੇ ਅਸੀਂ ਇਹ ਤੁਹਾਡੀ ਸ਼ਬਦ ਬਾਣੀ ਲਿਖ ਦਿੱਤੀ ਤੇ ਸਿੱਖਾਂ ਨੇ ਤਾਂ ਹੰਕਾਰ ਕਰਿਆ ਕਰਨਾ ਵੀ ਉਹ ਤਾਂ ਹਰੇਕ ਹੀ ਆਖਿਆ ਕਰੂ ਵੀ ਮੈਂ ਹੀ ਬ੍ਰਹਮ ਹਾਂ, ਮੈਂ ਹੀ ਪਰਮੇਸ਼ਰ ਹਾਂ। ਸਿੱਖਾਂ ਵਿੱਚ ਹੰਕਾਰ ਵੱਧ ਜਾਵੇਗਾ। ਹੈ ਤੋ ਸਹੀ ਤਉ ਨਾਰ ਕਾਲ ਕੇ, ਭਾਵੇਂ ਹੈ ਸਹੀ ਵੀ ਗੱਲ ਹੈ ਸਹੀ, ਪਰ ਫਿਰ ਵੀ ਕਲਯੁਗ ਦੇ ਜਿਹੜੇ ਨਰ ਹਨ, ਭਾਵੇਂ ਸਰੂਪ ਮਨੁੱਖ ਦਾ ਵਾਸਤਵ ਵਿੱਚ ਬ੍ਰਹਮੀ ਹੈ, ਜੇ ਆਤਮਾ ਨੂੰ ਜਾਣ ਲਈਏ ਤਾਂ ਆਤਮ ਬ੍ਰਹਮ ਇੱਕ ਹੈ। ਤੋ ਪਰ ਹੇ ਕਾਨਾ ਜੀ ਕਲਯੁਗ ਦੇ ਨਰ ਜਿਹੜੇ ਬੜੇ ਵਿਗੜੇ ਹੋਏ, ਮਤ ਉਹਨਾਂ ਦੀ ਥੋੜੀ ਹੈ। ਬਿਗੜੈ ਹੈ ਲੱਗੈ ਹੈ ਬਿਕਾਰਨ ਤਾਏ, ਤੇ ਇਹ ਤਾਂ ਫਿਰ ਇੱਕ ਦੂਜੇ ਨੂੰ ਸਭ ਆਖਣ ਕਰਨਗੇ ਵੀ ਮੈਂ ਹੀ ਪਰਮੇਸ਼ਰ ਹਾਂ, ਘਾਟ ਨਾ ਕਿ ਨਹੀਂ ਕਹਾਇਆ, ਸਭ ਕਹਤੇ ਹੈ ਪਾਇਆ, ਸਭ ਪੂਰੇ ਸੂਰੇ ਬਣਨਗੇ। ਤੇ ਹੰਕਾਰ ਦੇ ਨਾਲ ਐਵੇਂ ਹੰਕਾਰ ਵਾਲੇ ਪਾਸੇ ਹੋ ਕਰਕੇ, ਹੰਕਾਰੀ ਹੋ ਕੇ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਦੌੜਨਗੇ। ਗਤ ਕੇਤਰ ਹੀ ਨਰਕ ਹੋਏ ਪ੍ਰਾਪਤ, ਤੇ ਗਤ ਉਹਨਾਂ ਦੀ ਕਾਹਦੀ ਹੋਣੀ, ਉਲਟਾ ਨਰਕ ਨੂੰ ਜਾਇਆ ਕਰਨਗੇ। ਵੀ ਸਾਰੇ ਹੀ ਆਖਣਗੇ ਵੀ ਅਸੀਂ ਬ੍ਰਹਮ ਹਾਂ। ਉਹ ਜਿਹੜੇ ਵਦਾਂਤੀ ਲੋਕ ਕਹਿੰਦੇ ਨਾ ਅਹੰ ਬ੍ਰਹਮ ਅਸਮੀ ਤੇ ਨਿਸੰਗ ਭੋਗ ਲక్ష్ਮੀ,
ਵੀ ਅਸੀਂ ਬ੍ਰਹਮ ਹਾਂ, ਸਾਨੂੰ ਵਿਸ਼ਾ ਜਿੰਨਾ ਮਰਜ਼ੀ ਭੋਗੀ ਜਾਈਏ। ਤੋ ਅਸੰਗ ਬ੍ਰਹਮ ਆਕਰੇ ਨਿਸੰਗ ਵੱਡ ਬੱਕਰੇ, ਉਹ ਮਹਾਂਪੁਰਖ ਸੁਣਾਇਆ ਕਰਦੇ ਸੀ ਵੇਦਾਂਤੀਆਂ ਦੀ, ਵੀ ਉਹ ਇਹੋ ਜਿਹਾ ਵੀ ਉਹ ਕਹਿੰਦੇ ਹੁਣ ਸਾਨੂੰ ਬਸ ਅਸੀਂ ਬ੍ਰਹਮ ਬਣ ਗਏ ਹਾਂ, ਪਰਮੇਸ਼ਰ ਹਾਂ, ਸਾਨੂੰ ਪਾਪ ਪੁੰਨ ਤਾਂ ਹੈ ਭਈ ਕਹਾਵਤ, ਵੀ ਸਾਨੂੰ ਨਾ ਕੋਈ ਪਾਪ ਹੈ ਨਾ ਸਾਨੂੰ ਕੋਈ ਪੁੰਨ ਹੈ। ਤੋ ਫਿਰ ਇਸ ਤਰ੍ਹਾਂ ਉਹ ਫਿਰ ਨਾ ਕੋਈ ਵਿਸ਼ਾ ਛੱਡਦੇ, ਨਾ ਕੋਈ ਵਕਾਰ, ਵਿਸ਼ੇ ਵਕਾਰ ਵੀ ਭੋਗੀ ਜਾਂਦੇ। ਕਹਿੰਦੇ ਪਰਮੇਸ਼ਰ ਹਾਂ ਅਸੀਂ, ਤੇ ਪਰਮੇਸ਼ਰ ਵਿਸ਼ਿਆਂ ਤੋਂ ਰਹਿਤ ਹੁੰਦਾ, ਨਿਰਲੇਪ ਹੁੰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਾਨ੍ਹਾ ਜੀ, ਦੁਨੀਆ ਤਾਂ ਭਾਈ ਅੱਗੇ ਬਹੁਤ ਆਫਰੀ ਫਿਰਦੀ ਹੈ, ਸੰਸਾਰ ਤਾਂ ਅੱਗੇ ਮੈਂ ਕਰਦਾ ਹੈ, ਅਤੇ ਇੱਕ ਤੁਸੀਂ ਆ ਗਏ ਹੋ ਵੀ ਮੈਂ ਉਹੀ ਰੇ, ਮੈਂ ਉਹੀ ਰੇ, ਵੀ ਮੈਂ ਹੀ ਪਰਮੇਸ਼ਰ ਹਾਂ। ਜੇ ਲਿਖ ਦਿੱਤਾ ਤੇ ਇਹਨੂੰ ਪੜ੍ਹਨ ਵਾਲੇ ਵੀ ਸਾਰੇ ਰੱਬ ਬਣਿਆ ਫਿਰਨਗੇ, ਉਹਨਾਂ ਦਾ ਕੀ ਬਣੇਗਾ? ਅਤੇ ਕਲਿਆਣ ਹੋਣ ਦੀ ਬਜਾਏ ਸਾਰੇ ਹੰਕਾਰ ਜਿਹੜਾ ਨਰਕਾਂ ਨੂੰ ਲੈ ਕੇ ਜਾਵੇਗਾ। ਜਾਂ ਤੇ ਹਮ ਨਹਿ ਈਸੈ ਚੜਾਏ। ਇਸ ਕਰਕੇ ਭਾਈ ਅਸੀਂ ਨਹੀਂ ਤੇਰਾ ਇਹ ਜਿਹੜਾ ਸ਼ਬਦ ਇਹਦੇ ਵਿੱਚ ਲਿਖਣਾ ਕਰਾਂਗੇ। ਇਸ ਪਾਰ ਸੁਣ ਦ੍ਰਿਸ਼ਟਾਂਤ ਹਮਾਰੂ। ਇਹਦੇ ਤੇ ਤੈਨੂੰ ਮਹਾਰਾਜ ਕਹਿੰਦੇ ਫਿਰ ਅਸੀਂ ਇੱਕ ਦ੍ਰਿਸ਼ਟਾਂਤ ਦਿੰਦੇ ਹਾਂ, ਉਹ ਦ੍ਰਿਸ਼ਟਾਂਤ ਸਾਡਾ ਸੁਣ। ਫਿਰ ਮਹਾਰਾਜ ਨੇ ਇਹਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਸੀ ਵੀ ਬ੍ਰਹਮ ਗਿਆਨ ਠੀਕ ਹੈ ਤੇਰੇ ਕੋਲ ਹੋਵੇਗਾ, ਪਰ ਬ੍ਰਹਮ ਗਿਆਨ ਘਿਓ ਵਰਗਾ ਹੈ। ਜੇ ਤਾਂ ਕੋਈ ਬਲਗਮ ਵਾਲਾ ਖਾ ਲਵੇ ਅਤੇ ਉਹ ਸਗੋਂ ਉਲਟਾ ਰੋਗੀ ਹੋ ਜਾਂਦਾ, ਹੋਰ ਛਾਤੀ 'ਤੇ ਬੋਝ ਬਣ ਜਾਂਦਾ ਕਿ ਹੈ ਤਾਂ ਘਿਓ ਹੀ ਹੈ। ਅਤੇ ਕੋਈ ਇਸ ਤਰ੍ਹਾਂ ਫਿਰ ਉਸੇ ਘਿਓ ਨੂੰ ਜੇ ਕੋਈ ਮਿਸ਼ਰੀ ਵਿੱਚ ਪਾ ਕੇ ਖਾ ਲਵੇ ਤਾਂ ਬਲਗਮ ਮਰ ਵੀ ਜਾਂਦੀ ਹੈ। ਇਹ ਬ੍ਰਹਮ ਗਿਆਨ ਤਾਂ ਭਗਤੀ ਰੂਪ ਮਿਸ਼ਰੀ ਵਿੱਚ ਪਾ ਕੇ ਖਾਣ ਵਾਲਾ ਹੈ, ਤਾਂ ਘਿਓ ਵਰਗਾ ਹੈ ਭਾਈ। ਮਹਾਰਾਜ ਨੇ ਫਿਰ ਇਸ ਤਰ੍ਹਾਂ ਦੱਸਿਆ ਵੀ ਗੁਰੂ ਨਾਨਕ ਪਾਤਸ਼ਾਹ ਦਰ ਤਾਂ ਨੀਵਿਆਂ ਦਾ ਹੈ। ਚਾਹੇ ਜਾਣ ਵੀ ਲਈਏ ਵੀ ਅਸੀਂ ਬ੍ਰਹਮ ਹਾਂ, ਪਰਮੇਸ਼ਰ ਹਾਂ, ਸਭ ਕੁਝ ਹੁੰਦਿਆਂ ਹੋਇਆਂ ਵੀ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆ ਸਿਓ ਕਿਆ ਰੀਸ। ਇਹ ਹੋਵੇ ਵੀ ਮਹਾਰਾਜ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਵੀ ਅਸੀਂ ਅਵਗੁਣਾਂ ਭਰੇ ਹਾਂ, ਚਾਹੇ ਜਾਣ ਵੀ ਲਵੇ ਸਾਰਾ ਕੁਝ, ਆਪਦੇ ਆਪ ਨੂੰ ਬ੍ਰਹਮ ਵੀ ਜਾਣ ਲਵੇ, ਪਰ ਫੇਰ ਵੀ ਝੁਕਿਆ ਹੀ ਰਹੇ। ਮਾਧਵੇ ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ, ਤੁਮ ਸੰਸਾਰ ਨਾਹੀ ਦਇਆਲ, ਮੋਹਿ ਸੰਸਰ ਪਾਪੀ। ਆਪਦੇ ਆਪ ਨੂੰ ਵਾਹਿਗੁਰੂ ਦਾ ਦਾਸ ਹੀ ਗਿਣਨਾ, ਚਾਹੇ ਵਾਹਿਗੁਰੂ ਸਰੂਪ ਵੀ ਹੋ ਜਾਓ। ਤੋ ਇਹ ਗੁਰੂ ਨਾਨਕ ਪਾਤਸ਼ਾਹ ਦਾ ਦਰ ਤਾਂ ਭਾਈ ਨੀਵਿਆਂ ਦਾ ਹੈ। ਤੋ ਇਸ ਤਰ੍ਹਾਂ ਮਹਾਰਾਜ ਨੇ ਫਿਰ ਕਾਨ੍ਹੇ ਨੂੰ ਮੋੜ ਦਿੱਤਾ ਸੀ। ਇਹਦੀ ਲਿਖੀ ਨਾ ਕੋਈ ਵੀ ਲਿਖਤ, ਨਾ ਛੱਜੂ ਦੀ, ਨਾ ਇਹ ਭਗਤ ਪੀਲੂ ਦੀ, ਨਾ ਸ਼ਾਹ ਹੁਸੈਨ ਦੀ। ਫਿਰ ਜਿਵੇਂ ਹੰਕਾਰੀ ਕਾਨ੍ਹੇ ਨੇ ਮਹਾਰਾਜ ਦੇ ਨਾਲ ਝਗੜਾ ਕੀਤਾ, ਗਰੀਬ ਨਵਾਜ ਮਹਾਰਾਜ ਨੂੰ ਮੰਦੇ ਮੰਦੇ ਬੋਲ ਬੋਲਦਾ ਤੁਰਿਆ ਇੱਥੋਂ, ਅਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿੰਦਾ ਮੈਂ ਜਿਵੇਂ ਕੁਝ ਪ੍ਰਸੰਗ ਆਵੇਗਾ ਅੱਗੇ ਵੀ ਤੁਹਾਨੂੰ ਛੱਡਾਂਗਾ, ਨਹੀਂ ਇਸ ਤਰ੍ਹਾਂ ਕਰਵਾ ਦਿਆਂਗਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਹੰਕਾਰੀ ਨੂੰ ਵੀ ਫਿਰ ਬਚਨ ਦੇ ਨਾਲ ਮਾਰਨਾ ਕੀਤਾ। ਉਹ ਪ੍ਰਸੰਗ ਅੱਗੇ ਜਿਵੇਂ ਆਉਂਦਾ ਆਪਾਂ ਸ਼ਰਵਣ ਕਰਾਂਗੇ। ਇੱਥੇ ਸਮਾਪਤੀ ਹੈ। ਗਰੀਬ ਨਵਾਜ ਆਪਦੇ ਦਰ ਹਾਜ਼ਰੀ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਏਮ ਆਸ਼ਾ ਜਾਬ ਆਪਨ ਜਨਾਇਆ, ਸ਼੍ਰੀ ਆਰ ਜਨ ਸੋਨ ਦੀਨ ਹਟਾਏ। ਹਮਰੇ ਇਹੋ ਪਰਮਾਨ ਨਾ ਹੋਇ ਹੈ, ਪਠੈ ਸਿੱਖ ਹੰਕਾਰ ਬੜਾਏ। ਹੈ ਤੋ ਸਹੀ ਤਉ ਨਾਰ ਕਾਲ ਕੇ, ਬਿਗੜੈ ਲੱਗੈ ਬਿਕਾਰ ਨ ਤਾਏ। ਗਤ ਕੇਤ ਰਹੀ ਨਰਕ ਹੋਏ ਪ੍ਰਾਪਤ, ਜਾਤੇ ਹਮ ਨਹਿ ਈਸੈ ਚੜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।